हेलो एवरीवन, मेरा नाम निष्ठा बंसल है। मैं एक थर्ड ईयर एमबीबीएस स्टूडेंट एम्स भोपाल चा। मैंने अपना नीट 2020 च दिता सी। आई सिक्योर्ड अ रैंक ऑफ 484 एंड अ मार्क्स ऑफ 683। ਤਾਂ ਆਪਾਂ ਨੇ ਪਹਿਲੇ ਦੋ ਲੈਕਚਰਸ ਤੇ ਸੈਲ ਆਫ ਯੂਨਿਟ ਆਫ ਲਾਈਫ ਦੇ ਬਾਰੇ ਆਪਾਂ ਨੇ ਪੂਰੀ ਐਨਸੀਈਆਰਟੀ ਡਿਸਕਸ ਕੀਤੀ ਸੀ ਡਿਟੇਲ ਦੇ ਅੰਦਰ। ਤਾਂ ਹਰ ਇੱਕ ਐਨਸੀਈਆਰਟੀ ਲਾਈਨ ਨੂੰ ਸਮਝਦੇ ਹੋਏ ਪੂਰੀ ਐਨਸੀਈਆਰਟੀ ਡਿਸਕਸ ਹੋਈ ਸੀ। ਹੁਣ ਅੱਜ ਦਾ ਜਿਹੜਾ ਥਰਡ ਸੈਸ਼ਨ ਹੈ, ਇਹਦੇ ਅੰਦਰ ਆਪਾਂ ਮਤਲਬ ਜਿਹੜੇ ਵੀ ਪ੍ਰੀਵੀਅਸ ਈਅਰ ਕੁਐਸਚਨਸ ਹੈ ਜਾਂ ਫਿਰ ਐਨਡੀਏ ਦੇ ਮੌਕ ਟੈਸਟ ਦੇ ਅੰਦਰ ਕੁਝ ਕੁਝ ਲਾਈਨਸ ਪੁੱਛੀਆਂ ਗਈਆਂ ਸੀਗੀਆਂ, ਜਾਂ ਫਿਰ ਜਿਹੜੀ ਆਪਾਂ ਐਨਸੀਈਆਰਟੀ ਦੀ ਬੈਕ ਐਕਸਰਸਾਈਜ਼ ਹੈ ਉਹਨੂੰ ਡਿਸਕਸ ਕਰਾਂਗੇ ਤੇ ਥੋੜਾ ਐਕਸਟਰਾ ਪੁਆਇੰਟਸ ਅੱਜ ਡਿਸਕਸ ਕਰਾਂਗੇ। ਤਾਂ ਅੱਜ ਦਾ ਸੈਸ਼ਨ ਐਸ ਸੱਚ डिटेल ਚ ਕੋਈ ਟੌਪਿਕ ਨਹੀਂ ਹੋਣ ਵਾਲਾ, ਬਸ ਪ੍ਰੀਵੀਅਸ ਈਅਰ ਕੁਐਸਚਨਸ ਜਾਂ ਕੁਝ ਐਕਸਟਰਾ ਟੌਪਿਕਸ ਡਿਸਕਸ ਹੋਣਗੇ। ਤਾਂ ਅੱਜ ਦਾ ਸੈਸ਼ਨ ਥੋੜਾ ਧਿਆਨ ਨਾਲ ਸੁਣਿਓ ਤਾਂ ਕਿ ਥੋੜਾ ਹਾਈ ਟੌਪਿਕਸ ਨਾ ਚੱਲੇ। ਤਾਂ ਸਭ ਤੋਂ ਪਹਿਲਾਂ ਕੁਝ ਸਾਇੰਟਿਸਟ ਦੇ ਬਾਰੇ ਪੜ੍ਹਦੇ ਹੋਏ ਕਿ ਉਹਨਾਂ ਨੇ ਕਿਹੜੀ ਕਿਹੜੀ ਡਿਸਕਵਰੀਜ਼ ਕੀਤੀਆਂ ਸੀ। ਸਭ ਤੋਂ ਪਹਿਲਾਂ ਅਗਰ ਡੈਡ ਸੈਲ ਦੇ ਬਾਰੇ ਪੁੱਛਿਆ ਜਾਵੇ ਤਾਂ ਰੈਡ ਸੈਲ ਜਾਂ ਸੈਲ ਦੋਨਾਂ ਦੇ ਬਾਰੇ ਪੁੱਛਿਆ ਜਾਵੇ ਤਾਂ ਬੋਲਣਾ ਹੈ ਕਿ ਰॉबर्ट हुक ने सब ਤੋਂ ਪਹਿਲਾਂ ਲੱਭੇ ਸੀ ਇਨ 1665। ਉਸ ਤੋਂ ਬਾਅਦ ਅਗਰ ਸਪੈਸੀਫਾਈ ਕਰਿਆ ਜਾਵੇ ਕਿ ਲਿਵਿੰਗ ਸੈਲ ਹੈ, ਫਿਰ ਏਵੀ ਲੂਇਨ ਹੱਕ ਆਏਗਾ। ਉਸ ਤੋਂ ਬਾਅਦ ਡਿਸਕਵਰੀ ਆਫ ਨਿਊਕਲੀਅਸ ਵਾਸ ਡਨ ਬਾय ਰॉबर्ट ब्राउन इन 1831। ਉਸ ਤੋਂ ਬਾਅਦ ਜਿਹੜੇ ਟਰਮ ਪ੍ਰੋਟੋਪਲਾਜ਼ਮ ਹੈ, ਪ੍ਰੋਟੋਪਲਾਜ਼ਮ ਕੀ ਹੁੰਦਾ? ਪ੍ਰੋਟੋਪਲਾਜ਼ਮ ਇਜ਼ ਸਾइटोप्लाज्म प्लस सेल मेम्ब्रेन विच इज द लिविंग कंटेंट ऑफ द सेल ਨੂੰ ਪ੍ਰੋਟੋਪਲਾਜ਼ਮ ਬੋਲਦੇ ਆ। ਲਿਵਿੰਗ ਕੰਟੈਂਟ ਆਫ ਦ ਸੈਲ। ਤਾਂ ਇਹਦੇ ਅੰਦਰ ਕੀ ਆਏਗਾ? ਸੈਲ ਮੈਂਬਰੇਨ ਤੇ ਸਾइटोप्लाज्म। ਤੇ ਜਿਹੜੀ ਇਹ ਟਰਮ ਸੀ ਇਹ ਦਿੱਤੀ ਸੀ ਪਰਕਿੰਜੀ ਨੇ 1839 ਚ। ਉਸ ਤੋਂ ਬਾਅਦ ਜਿਹੜਾ ਫਲੂਇਡ ਮੋਜ਼ੈਕ ਮਾਡਲ ਹੈ ਉਹ ਦਿੱਤਾ ਸੀ ਸਿੰਗਰ ਐਂਡ ਨਿਕਲਸਨ ਨੇ 1972 ਦੇ ਅੰਦਰ। ਉਸ ਤੋਂ ਬਾਅਦ ਕੁਝ ਪੁਆਇੰਟਸ ਹੋਰ ਡਿਸਕਸ ਕਰਦੇ ਹੋਏ ਉਹਦੇ ਅੰਦਰ ਆਪਾਂ ਅੱਗੇ ਜਾ ਕੇ ਪੜਾਂਗੇ ਕਿ ਜਿਵੇਂ ਕਿ ਇਹਨਾਂ ਦੇ ਅੰਦਰ ਕਿਨੇ ਸੈਲ ਹਾਈਪੋਥੇਸਿਸ ਦਿੱਤੀ ਸੀ, ਕਿਨੇ ਸੈਲ ਥਿਊਰੀ ਦਿੱਤੀ ਸੀ। ਤੇ ਸ਼ਿਵਾਨ ਇੱਕ ਬ੍ਰਿਟਿਸ਼ ਜ਼ੂਲॉजिस्ट ਸੀ ਤੇ ਮੈਥਿਊ ਸ਼ੈਲਡਨ ਇੱਕ ਜਰਮਨ ਬੋਟਨਿਸਟ ਸੀ। ਤੇ ਇਹ ਸਾਰੇ ਚੀਜ਼ਾਂ ਇੰਪੋਰਟੈਂਟ ਨੇ। ਉਸ ਤੋਂ ਬਾਅਦ ਆਉਂਦੀਆਂ ਨੇ ਕੁਝ ਡਾਇਮੈਂਸ਼ਨਸ ਆਫ ਦੀ ਸੈਲਸ। ਸਭ ਤੋਂ ਮੋਸਟ ਇੰਪੋਰਟੈਂਟ ਹੈ ਆਰਬੀਸੀ ਦੀ ਕਿ ਉਹਦਾ ਡਾਇਆਮੀਟਰ 7 ਮਾਈਕਰੋਮੀਟਰ ਹੈ। ਇਹ ਕਾਫੀ ਵਾਰ ਪੁੱਛਿਆ ਜਾ ਚੁੱਕਿਆ ਹੈ। ਉਸ ਤੋਂ ਬਾਅਦ ਆਉਂਦੇ ਅਗਲੇ ਪੇਜ ਤੇ ਇੱਕ ਵਾਇਰਸ ਦੀ ਡਾਇਮੈਂਸ਼ਨਸ। ਵਾਇਰਸ ਦੀ ਡਾਇਮੈਂਸ਼ਨ 0.02 ਤੋਂ 0.2 ਮਾਈਕਰੋਮੀਟਰ ਹੈ। ਇਹ ਵੀ ਕਾਫੀ ਵਾਰ ਪੁੱਛੀ ਜਾ ਚੁੱਕੀ ਹੈ। ਫਿਰ ਅੱਗੇ ਚੱਲ ਕੇ ਆਪਣੇ ਕੋਲ ਆਉਂਦਾ ਹੈ ਕੁਝ ਲਾਈਨਸ ਜਿਹੜੇ ਇੰਪੋਰਟੈਂਟ ਨੇ ਮੇਸੋਸੋਮ ਦੇ ਬਾਰੇ। ਤੇ ਜਿਹੜਾ ਮੇਸੋਸੋਮ ਹੈ ਉਹਦਾ ਇੱਕ ਇੰਪੋਰਟੈਂਟ ਫੰਕਸ਼ਨ ਕੀ ਹੁੰਦਾ ਕਿ ਉਹ ਡੀਐਨਏ ਰੈਪਲੀਕੇਸ਼ਨ ਤੇ ਡਿਸਟ੍ਰੀਬਿਊਸ਼ਨ ਟੂ ਡਾਟਰ ਸੈਲਸ ਚ ਹੈਲਪ ਕਰਦਾ ਹੈ। ਉਸ ਤੋਂ ਬਾਅਦ ਕੁਝ ਸਿਕ੍ਰੀਸ਼ਨ ਪ੍ਰੋਸੈਸਸ ਚ ਹੈਲਪ ਕਰਦਾ ਹੈ। ਤੇ ਉਸ ਤੋਂ ਇਲਾਵਾ ਹੋਰ ਵੀ ਇਨਫੋਲਡਿੰਗਸ ਹੁੰਦੀਆਂ ਨੇ ਜਿਹਦੇ ਅੰਦਰ ਜਿਨ੍ਹਾਂ ਨੂੰ ਕ੍ਰੋਮੈਟੋਫੋਰਸ ਬੋਲਦੇ ਨੇ, ਜਿਹੜੇ ਪਿਗਮੈਂਟ ਕੰਟੇਨ ਕਰਦੇ ਨੇ। ਤੇ ਜਿੰਨੀਆਂ ਵੀ ਪੂਰੀ ਲਾਈਨਸ ਨੇ ਸਾਰੇ ਇੰਪੋਰਟੈਂਟ ਨੇ ਤੇ ਆ ਪੁੱਛੇ ਜਾ ਚੁੱਕੇ ਨੇ ਬਹੁਤ ਵਾਰ। ਉਸ ਤੋਂ ਬਾਅਦ ਜਿਵੇਂ ਕਿ ਆਹ ਲਾਈਨ ਹੈ ਜਿੱਦਾਂ ਵੀ ਆਪਣੇ ਮੋਟਾਈਲ ਸਟਰਕਚਰ ਜਾਂ ਫਿਰ ਸੈਲੂਲਰ ਅਪੈਂਡੇजेस ਨੇ, ਇਹਨਾਂ ਦੇ ਬਾਰੇ ਕਾਫੀ ਵਾਰ ਕੁਐਸਚਨ ਆ ਚੁੱਕੇ ਹੈ। ਤੇ ਇੱਕ ਇੱਕ ਵਰਡ ਬਦਲਣ ਕਰਕੇ ਸਾਰੇ ਆਨਸਰ ਆਪਾਂ ਨੂੰ ਗਲਤ ਹੋ ਸਕਦੇ ਨੇ। ਤੇ ਇਸ ਕਰਕੇ ਇਹਨੂੰ ਅੱਛੀ ਤਰ੍ਹਾਂ ਯਾਦ ਕਰਨਾ ਇੰਪੋਰਟੈਂਟ ਹੈ। ਜਿਵੇਂ ਕਿ ਇੱਕ ਵਾਰ AIPMD ਚ ਆਇਆ ਸੀਗਾ ਕਿ thin filamentous extension from the cell wall is called flagella। ਹੁਣ thin filamentous ਦੀ ਜਗ੍ਹਾ ਅਗਰ ਉਹਨਾਂ ਨੇ ਡਾਲ ਪਾਤਾ ਕਿ elongated tubular, ਤੇ elongated tubular ਆਪਾਂ ਪਿਲਾਈ ਲਈ ਬੋਲਾਂਗੇ। ਤੇ ਥੋੜੇ ਥੋੜੇ ਵਰਡਸ ਚੇਂਜ ਕਰਨ ਨਾਲ ਆਨਸਰ ਵੀ ਚੇਂਜ ਹੋ ਜਾਂਦਾ। ਉਸ ਤੋਂ ਬਾਅਦ ਅੱਗੇ ਆਉਂਦਾ ਗੈਸ ਵੈਕਿਊਲਸ। ਜਿਹੜੇ ਗੈਸ ਵੈਕਿਊਲਸ ਹੈ ਉਹ ਵੀ ਇੰਪੋਰਟੈਂਟ ਹੈ ਕਿ ਉਹਨਾਂ ਦੇ ਬਾਰੇ ਵੀ ਕੁਐਸਚਨ ਪੁੱਛੇ ਜਾ ਚੁੱਕੇ ਮੌਕ ਟੈਸਟ ਦੇ ਅੰਦਰ ਕਿ ਬਲੂ ਗ੍ਰੀਨ ਐਲਗੀ ਚ ਹੁੰਦਾ ਹੈ, ਬਲੂ ਗ੍ਰੀਨ ਪਰਪਲ ਬੈਕਟੀਰੀਆ, ਗ੍ਰੀਨ ਫੋਟੋਸਿੰਥੈਟਿਕ ਬੈਕਟੀਰੀਆ ਚ ਪ੍ਰੈਜ਼ੈਂਟ ਹੁੰਦਾ। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਆਪਣਾ ਸੈਲ ਮੈਂਬਰੇਨ ਤੇ। ਅਗਰ ਬੋਲਿਆ ਜਾਵੇ ਕਿ ਸੈਲ ਮੈਂਬਰੇਨ ਕਿਸਨੇ ਲੱਭੀ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਥਿਓਡਰ ਸ਼ਵਾਨ ਨੇ ਲੱਭੀ ਹੈ, ਕਿਉਂਕਿ ਉਹਨਾਂ ਦੇ ਮਾਈਕਰੋਸਕੋਪ ਦੇ ਅੰਦਰ ਐਨੀਮਲ ਸੈਲਸ ਨੂੰ ਦੇਖਿਆ ਸੀਗਾ ਤੇ ਉੱਥੇ ਡਿਸਕ੍ਰਾਈਬ ਕੀਤਾ ਸੀ ਕਿ ਇੱਕ ਆਊਟਰ ਮੈਂਬਰੇਨ ਹੁੰਦੀ ਹੈ ਸੈਲਸ ਨੂੰ ਕਵਰ ਕਰਦੇ ਹੋਏ, ਜਿਹਨੂੰ ਆਪਾਂ ਸੈਲ ਮੈਂਬਰੇਨ ਬੋਲਦੇ ਹਾਂ। ਤੇ ਕਰਕੇ ਅਗਰ ਕੁਐਸਚਨ ਆਵੇ ਕਿਸਨੇ ਲੱਭੀ ਸੀ ਤਾਂ ਥਿਓਡਰ ਸ਼ਵਾਨ ਬੋਲਿਆ ਜਾ ਸਕਦਾ ਹੈ। ਉਸ ਤੋਂ ਬਾਅਦ ਆਪਾਂ ਨੇ ਕੁਝ ਪ੍ਰੋਟੀਨ ਦੇ ਬਾਰੇ ਪੜ੍ਹਿਆ ਸੀ ਸੈਲ ਦੇ ਅੰਦਰ ਕਿ ਸੈਲ ਮੈਂਬਰੇਨ ਦੇ ਅੰਦਰ ਕਿਹੜੇ ਕਿਹੜੇ ਪ੍ਰੋਟੀਨਸ ਹੁੰਦੇ ਨੇ। ਤੇ ਉਹਦੇ ਅੰਦਰ ਆਪਾਂ ਨੇ ਦੋ ਪੜ੍ਹੇ ਸੀ, ਇੱਕ ਤਾਂ ਇੰਟੀਗਰਲ ਪੜ੍ਹਿਆ ਸੀ ਤੇ ਦੂਜਾ ਪੈਰੀਫਰਲ ਪੜ੍ਹਿਆ ਸੀ। ਤਾਂ ਉਹਨੂੰ ਥੋੜਾ ਡਿਟੇਲ ਚ ਕਵਰ ਕਰਦੇ ਹੋਏ ਜਿਹੜੇ ਪ੍ਰੋਟੀਨ ਦਾ ਦੋ ਤਰ੍ਹਾਂ ਦੇ ਨੇ, ਇੰਟੀਗਰਲ ਤੇ ਪੈਰੀਫਰਲ। ਜਿਹੜਾ ਇੰਟੀਗਰਲ ਹੈ ਉਹ ਵੀ ਅੱਗੇ ਦੋ ਤਰ੍ਹਾਂ ਦੇ ਨੇ, ਕੰਪਲੀਟਲੀ ਐਮਬੈਡਡ ਇਨ ਦੀ ਸੈਲ ਮੈਂਬਰੇਨ ਔਰ ਪਾਰਸ਼ਲੀ ਐਮਬੈਡਡ ਇਨ ਦੀ ਸੈਲ ਮੈਂਬਰੇਨ। whereas the partial protein peripheral proteins are the proteins which are present only on the surface of the membrane। ਜੇ ਪਾਰਸ਼ਲੀ ਵੀ ਐਮਬੈਡਡ ਹੋਣ ਤਾਂ ਉਹ ਇੰਟੀਗਰਲ ਪ੍ਰੋਟੀਨ ਬੋਲਿਆ ਜਾਏਗਾ ਉਹਨਾਂ ਨੂੰ। ਤਾਂ ਹੁਣ ਇੰਟੀਗਰਲ ਪ੍ਰੋਟੀਨਸ ਦੇ ਕੁਝ ਐਗਜ਼ਾਮਪਲਸ ਜਿਹੜੇ ਕੰਪਲੀਟਲੀ ਐਮਬੈਡਡ ਹੁੰਦੇ ਨੇ। ਤਾਂ ਉਹਦੇ ਅੰਦਰ ਆ ਜਾਏਗਾ ਆਪਣਾ ਕੈਰੀਅਰ ਪ੍ਰੋਟੀਨ। ਕੈਰੀਅਰ ਪੂਰੇ ਸੈਲ ਮੈਂਬਰੇਨ ਦੇ ਕ੍ਰਾਸ ਪ੍ਰੈਜ਼ੈਂਟ ਹੁੰਦਾ ਹੈ, ਅੰਦਰ ਐਮਬੈਡ ਹੁੰਦਾ ਹੈ ਤਾਂ ਕਿ ਕਿਉਂਕਿ ਇਹ ਟਰਾਂਸਪੋਰਟੇਸ਼ਨ ਆਫ ਮੋਲੀਕਿਊਲਸ ਲਈ ਹੈਲਪ ਕਰਦਾ ਹੈ।
ਉਸ ਤੋਂ ਬਾਅਦ ਕੁਝ ਟਨਲ ਪ੍ਰੋਟੀਨਸ ਆ ਜਾਣਗੇ ਤੇ ਪੋਰਿਨਸ ਜਿਵੇਂ ਐਕੁਆਪੋਰਿਨਸ ਫॉर ਐਗਜ਼ਾਮਪਲ ਜਿਹੜੇ ਵਾਟਰ ਦੀ ਓਸਮੋਸਿਸ ਲਈ ਹੈਲਪ ਕਰਦੇ ਨੇ। ਹੁਣ ਕੁਝ ਪੈਰੀਫेरल ਜਾਂ ਸਰਫੇਸ ਪ੍ਰੋਟੀਨ ਦੇ ਅੰਦਰ ਆ ਜਾਣਗੇ ਸਪੈਕਟ੍ਰਿਨ, ਜਿਹੜਾ ਆਰਬੀਸੀ ਦੀ ਇਨਰ ਮੈਮਬ੍ਰੇਨ ਮਤਲਬ ਸਾਈਟੋਪਲਾਜ਼ਮਿਕ ਫੇਸ ਦੀ ਤਰਫ ਪ੍ਰੈਜ਼ੈਂਟ ਹੁੰਦਾ ਹੈ। ਤਾਂ ਇਹ ਸੈਲ ਆਰਬੀਸੀ ਨੂੰ ਕੈਰੈਕਟਰਿਸਟਿਕ ਸ਼ੇਪ ਵੀ ਦਿੰਦਾ ਹੈ। ਉਸ ਤੋਂ ਬਾਅਦ ਐਂਟੀਜਨਸ ਆ ਜਾਣਗੇ, ਜਿਹੜੇ ਐਂਟੀਜਨਸ ਹੁੰਦੇ ਨੇ ਉਹ ਵੀ ਸਰਫੇਸ ਪ੍ਰੋਟੀਨਸ ਹੁੰਦੇ ਨੇ, ਜਿਹੜੇ ਆਪਣੇ ਆਰਬੀਸੀ ਫॉर ਐਗਜ਼ਾਮਪਲ ਜਿਹੜੇ ਆਰਬੀਸੀ ਮੈਮਬ੍ਰੇਨ ਦੇ ਪ੍ਰੈਜ਼ੈਂਟ ਹੁੰਦੇ ਨੇ, ਜਿਹੜੇ ਬਲੱਡ ਗਰੁੱਪ ਚ ਹੈਲਪ ਕਰਦੇ ਨੇ। ਉਸ ਤੋਂ ਇਲਾਵਾ ਅਗਰ ਗਲਾਈਕੋਪ੍ਰੋਟੀਨਸ ਵੀ ਸਰਫੇਸ ਪ੍ਰੋਟੀਨਸ ਹੁੰਦੇ ਨੇ। ਹੁਣ ਅੱਗੇ ਇੱਕ ਗੱਲ ਕਾਰਬੋਹਾਈਡਰੇਟਸ ਦੇ ਬਾਰੇ। ਜਿਹੜੇ ਕਾਰਬੋਹਾਈਡਰੇਟਸ ਹੁੰਦੇ ਨੇ ਉਹ ਸੈਲ ਸਰਫੇਸ ਤੇ ਪ੍ਰੈਜ਼ੈਂਟ ਹੁੰਦੇ ਨੇ, ਜਿਵੇਂ ਕਿ ਉਹਦੇ ਸ਼ੂਗਰ ਇੱਕ ਕਾਰਬੋਹਾਈਡਰੇਟ ਹੈ। ਤਾਂ ਜਿਹੜੇ ਕਾਰਬੋਹਾਈਡਰੇਟਸ ਹੁੰਦੇ ਨੇ ਉਹ ਸੈਲ ਟੂ ਸੈਲ ਰਿਕੋਗਨੀਸ਼ਨ ਚ ਹੈਲਪ ਕਰਦੇ ਨੇ। ਉਸ ਤੋਂ ਬਾਅਦ ਅੱਗੇ ਚੱਲਦੇ ਆ, ਜਿਹੜਾ ਸਿੰਗਰ ਐਂਡ ਨਿਕਲਸਨ ਨੇ ਮਾਡਲ ਦਿੱਤਾ ਸੀ ਉਹਨੂੰ ਫਲੂਇਡ ਮੋਜ਼ੈਕ ਮਾਡਲ ਬੋਲਦੇ ਨੇ। ਤੇ ਫਲੂਇਡ ਮੋਜ਼ੈਕ ਮਾਡਲ ਨੂੰ ਇੱਕ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਫॉर ਐਗਜ਼ਾਮਪਲ protein iceberg in a sea of lipid. Protein iceberg in a sea of lipid. ਇਹ ਕਿਵੇਂ ਆਈ ਹੁਣ ਟਰਮ? ਜਿਹੜਾ ਪ੍ਰੋਟੀਨ ਆਈਸਬਰਗਸ ਹੈ ਮਤਲਬ ਪ੍ਰੋਟੀਨ ਦੇ ਵਿੱਚ ਕੁਝ ਮੋਲੀਕੂਲਸ ਹੈ ਜਿਹੜੇ ਆਪਣੇ ਸੀ ਆਫ ਲਿਪਿਡ ਦੇ ਅੰਦਰ ਪ੍ਰੈਜ਼ੈਂਟ ਹੈ, ਜਿਵੇਂ ਕਿ ਲਿਪਿਡ ਬਾਇਲੇਅਰ ਹੈ। ਹੁਣ ਇਹਨਾਂ ਦੇ ਅੰਦਰ ਪ੍ਰੋਟੀਨਸ ਪ੍ਰੈਜ਼ੈਂਟ ਨੇ, ਫਿਰ ਉੱਤੇ ਪ੍ਰੈਜ਼ੈਂਟ ਨੇ, ਤਾਂ ਇਹ ਮਤਲਬ ਸੀ ਆਫ ਲਿਪਿਡਸ ਹੈ ਜਿਹਦੇ ਨਾਲ ਪ੍ਰੋਟੀਨਸ ਪ੍ਰੈਜ਼ੈਂਟ ਨੇ। ਹੁਣ ਜਿਹੜੇ ਆਪਾਂ ਨੇ ਉਹਦੇ ਦੇਖਿਆ ਕਿ ਪ੍ਰੋਟੀਨਸ ਕੁਝ ਮੂਵਮੈਂਟਸ ਵੀ ਦਿਖਾਉਂਦੇ ਨੇ। ਤਾਂ ਮੂਵਮੈਂਟਸ ਕਿੰਨੀ ਤਰ੍ਹਾਂ ਦੀ ਹੋ ਸਕਦੀ ਹੈ? ਇੱਕ ਤਾਂ ਲੈਟਰਲ ਮੂਵਮੈਂਟ ਹੁੰਦੀ ਹੈ, ਜਿਹੜੇ ਵਿਦਨ ਦ ਲੇਅਰ ਹੁੰਦੀ ਹੈ ਤੇ ਪ੍ਰੋਟੀਨ ਤੇ ਲਿਪਿਡਸ ਦੋਨੋਂ ਦਿਖਾ ਸਕਦੇ ਨੇ। ਤੇ ਇੱਕ ਦੂਜੀ ਹੁੰਦੀ ਹੈ ਫਲਿਪ ਫਲॉप ਮੂਵਮੈਂਟ, ਜਿਹੜੀ ਬਿਟਵੀਨ ਦ ਲੇਅਰਸ ਹੁੰਦੀ ਹੈ ਤੇ ਇਟ ਇਜ਼ ਓਨਲੀ ਸ਼ੋਨ ਬਾਈ ਲਿਪਿਡਸ ਐਂਡ the enzyme which helps in this movement is flippase। ਉਸ ਤੋਂ ਬਾਅਦ ਅੱਗੇ ਚੱਲਦੇ ਹੋਏ ਜਿਹੜਾ ਸੈਲ ਵਾਲ ਵਾਸ ਡਿਸਕਵਰਡ ਬਾय ਰੋਬਰਟ ਹੁਕ, ਕਿਉਂਕਿ ਰੋਬਰਟ ਹੁਕ ਨੇ ਡੈਡ ਪਲਾਂਟ ਸੈਲਸ ਦੇਖੇ ਸੀਗੇ, ਮਤਲਬ ਆਪਾਂ ਨੇ ਕਾਰਕ ਸੈਲਸ ਬੋਲਦੇ ਨਾ ਹਨੀਕॉम ਸਟਰਕਚਰ ਨਾਲ, ਯਾਦ ਕਰਦੇ ਹੋ। ਤੇ ਸੈਲ ਵਾਲ ਲਈ ਅਗਰ ਪੁੱਛਿਆ ਜਾਏ ਤਾਂ ਇਟ ਵਾਸ ਡਿਸਕਵਰਡ ਬਾय ਰੋਬਰਟ ਹੁਕ। ਉਸ ਤੋਂ ਬਾਅਦ ਆਉਂਦਾ ਕਿ ਜਿਹੜੇ ਕਿ ਸੈਲ ਵਾਲ ਦੇ ਕੰਪੋਜੀਸ਼ਨਸ ਹੈ ਐਲਗੀ ਚ, ਪਲਾਂਟਸ ਤੇ ਫੰਗਾਈ ਚ। ਇਹ ਤਿੰਨਾਂ ਚ ਅਲੱਗ ਹੁੰਦੀ ਹੈ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਯਾਦ ਕਰਨਾ ਤਾਂ ਕਿ ਕੋਈ ਗਲਤੀ ਨਾ ਹੋ ਜਾਏ। ਉਸ ਤੋਂ ਬਾਅਦ ਆਉਂਦੇ ਕਿ ਜਿਵੇਂ ਜਿਹੜਾ ਮਿਡਲ ਲੈਮਲੀ ਹੈ ਉਹਦੇ ਅੰਦਰ ਕੈਲਸ਼ੀਅਮ ਪੈਕਟੇਟ ਪ੍ਰੈਜ਼ੈਂਟ ਹੈ, ਤੇ ਕੈਲਸ਼ੀਅਮ ਪੈਕਟੇਟ ਦੀ ਜਗ੍ਹਾ ਅਗਰ ਮੈਗਨੀਸ਼ੀਅਮ ਪੈਕਟੇਟ ਵੀ ਹੋਵੇ ਤਾਂ ਵੀ ਮਤਲਬ ਮੈਗਨੀਸ਼ੀਅਮ ਪੈਕਟੇਟ ਵੀ ਪ੍ਰੈਜ਼ੈਂਟ ਹੁੰਦੇ ਹੈ, ਤੇ ਅਗਰ ਆਪਸ਼ਨ ਤੁਹਾਨੂੰ ਮੈਗਨੀਸ਼ੀਅਮ ਪੈਕਟੇਟ ਵੀ ਮਿਲਿਆ ਤਾਂ ਵੀ ਉਹ ਆਂਸਰ ਤੇ ਮਾਰਕ ਕਰ ਸਕਦੇ ਹੋ। ਉਸ ਤੋਂ ਬਾਅਦ ਚੱਲਦੇ ਆ ਅੱਗੇ। ਹੁਣ ਜਿਹੜਾ ਸਾਈਟੋਪਲਾਜ਼ਮ ਨੂੰ ਦੋ ਪਾਰਟਸ ਡਿਵਾਈਡ ਕੀਤਾ ਗਿਆ। ਸਾਈਟੋਪਲਾਜ਼ਮ ਨੂੰ ਆਪਾਂ ਨੇ ਇੱਕ ਤਾਂ ਸਾਈਟੋਸੋਲ ਚ ਡਿਵਾਈਡ ਕੀਤਾ ਤੇ ਦੂਜਾ ਡਿਵਾਈਡ ਕੀਤਾ ਆਪਾਂ ਨੇ ਟ੍ਰੋਫੋਪਲਾਜ਼ਮ ਚ। ਸਾਈਟੋਸੋਲ ਨੂੰ ਆਪਾਂ ਹੋਰ ਕੀ ਬੋਲ ਸਕਦੇ ਹਾਂ? ਹਾਈਲੋਪਲਾਜ਼ਮ ਜਾਂ ਫਿਰ ਗਰਾਊਂਡ ਪਲਾਜ਼ਮ। ਹੁਣ ਇਹਨਾਂ ਚ ਡਿਫਰੈਂਸ ਕੀ ਹੈ? ਜਿਹੜਾ ਸਾਈਟੋਸੋਲ ਹੈ ਜਾਂ ਹਾਈਲੋਪਲਾਜ਼ਮ ਹੈ ਮਤਲਬ ਲਿਕੁਇਡ, ਹਾਈਲੋ ਦਾ ਮਤਲਬ, ਜਾਂ ਫਿਰ ਗਰਾਊਂਡ ਪਲਾਜ਼ਮ ਹੈ ਮਤਲਬ ਜਿਹੜਾ ਗਰਾਊਂਡ ਪੂਰੇ ਸਾਈਟੋਪਲਾਜ਼ਮ ਤੋਂ ਬਣਾਉਂਦਾ ਹੈ, ਇਹ ਹੈ ਲਿਕੁਇਡ ਪਾਰਟ ਆਫ ਸਾਈਟੋਪਲਾਜ਼ਮ। ਤੇ ਫਿਰ ਜਿੰਨਾ ਵੀ ਸੋਲਿਡ ਪਾਰਟ ਹੈ ਉਹ ਆਏਗਾ ट्रोफोप्लाज्म ਚ। ਕੀ ਆਏਗਾ? ट्रोफोप्लाज्म। ਇਹ ਸਾਰਾ ਸੋਲਿਡ ਪਾਰਟ ਹੈ। ਤਾਂ ਹੁਣ ਇਹਨੂੰ ਅੱਗੇ ਦੋ ਚ ਡਿਵਾਈਡ ਕੀਤਾ ਗਿਆ, ਲਿਵਿੰਗ ਤੇ ਨਾਨ ਲਿਵਿੰਗ। ਜਿਹੜਾ ਲਿਵਿੰਗ ਪਾਰਟ ਹੈ ਉਹਦੇ ਅੰਦਰ ਆਪਣੀ ਸਾਰੀ ਆਰਗੇਨੇਲੀਜ਼ ਆ ਜਾਣਗੀਆਂ, ਤੇ ਜਿਹੜਾ ਨਾਨ ਲਿਵਿੰਗ ਪਾਰਟ ਹੈ ਉਹਦੇ ਅੰਦਰ ਆਪਣਾ ਪੂਰਾ ਜਿੰਨੇ ਵੀ ਬਾਕੀ ਸਿਕ੍ਰੀਟਰੀ प्रोटीन्स हैं या प्रोडक्ट्स हैं या फिर फूड मटेरियल है या एक्सक्रीटरी प्रोडक्ट्स है, वो सारे नॉन लिविंग पार्ट्स आ गए, मतलब सिक्रीशंस, एक्सक्रीटरी प्रोडक्ट्स, ये सारे नॉन लिविंग आ जाएंगे। उस तो बाद ਆਪਾਂ ਚੱਲਦੇ ਹਾਂ ਐਂਡੋਮੈਮਬ੍ਰੇਨ ਸਿਸਟਮ ਤੇ ਆਰਗੇਨੇਲੀਜ਼। ਜਿਹੜੀ ਸੈਲ ਦੀਆਂ ਆਰਗੇਨੇਲੀਜ਼ ਹਨ ਉਹਨਾਂ ਆਪਾਂ ਤਿੰਨ ਔਨ ਦੀ ਬੇਸਿਸ ਆਫ ਮੈਮਬ੍ਰੇਨ, ਪ੍ਰੈਜ਼ੈਂਸ ਆਫ ਮੈਮਬ੍ਰੇਨ, ਤਿੰਨ ਚ ਕਲਾਸੀਫਾਈ ਕਰ ਸਕਦੇ ਹਾਂ, ਸਿੰਗਲ ਮੈਮਬ੍ਰੇਨ, ਡਬਲ ਮੈਮਬ੍ਰੇਨ ਤੇ ਮੈਮਬ੍ਰੇਨਲੈਸ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਡਬਲ ਮੈਮਬ੍ਰੇਨ। ਡਬਲ ਮੈਮਬ੍ਰੇਨ ਦੇ ਅੰਦਰ ਆਣਗੇ ਮਾਈਟੋਕੌਂਡਰੀਆ, ਪਲਾਸਟਿਡ ਤੇ ਨਿਊਕਲੀਅਸ। ਇਹ ਯਾਦ ਕਰਨਾ ਸਭ ਤੋਂ ਆਸਾਨ ਹੈ। ਉਸ ਤੋਂ ਬਾਅਦ ਹੁਣ ਆਂਦਾ ਕਿ ਮੈਮਬ੍ਰੇਨਲੈਸ ਤੇ ਸਿੰਗਲ ਮੈਮਬ੍ਰੇਨ।
ਹੁਣ ਮੈਮਬ੍ਰੇਨਲੈਸ ਸਭ ਤੋਂ ਪਹਿਲਾਂ ਦੇਖਦੇ ਆ। ਜਿਹੜਾ ਮੈਮਬ੍ਰੇਨਲੈਸ ਹੈ ਉਹਦੇ ਅੰਦਰ ਇੱਕ ਤਾਂ ਆ ਜਾਏਗਾ ਰਾਈਬੋਸੋਮ। ਰਾਈਬੋਸੋਮ ਤੋਂ ਬਾਅਦ ਆ ਜਾਏਗਾ ਆਪਣੇ ਕੋਲ ਬੇਸਲ ਬੋਡੀ। ਬੇਸਲ ਬੋਡੀ ਕੀ ਸੀ? ਜਿਹੜਾ ਸਪਿੰਡਲ ਕੰਪਲੈਕਸ ਫਾਰਮੇਸ਼ਨ ਤੇ ਸੈਂਟਰੋਇਲ ਫਾਰਮੇਸ਼ਨ ਵਗੈਰਾ, ਜਾਂ ਫਿਰ ਜਿਵੇਂ ਕਿ ਆਪਾਂ ਬੇਸਲ ਬੋਡੀ ਫਲੈਜੇਲਾ ਚ ਵੀ ਪੜੀ ਸੀ, ਸੀਲੀਆ ਚ ਵੀ ਪੜੀ ਸੀ, ਉਹ ਸਾਰੀਆਂ ਹੁੰਦੀਆਂ ਮੈਮਬ੍ਰੇਨਲੈਸ। ਫਿਰ ਆਪਣੇ ਕੋਲ ਆ ਜਾਏਗਾ ਸੈਂਟਰੋਸੋਮ, the organelle which is present only in animal cells। ਫਿਰ ਨਿਊਕਲੀਓਲਸ। ਐਸ ਸੱਚ ਇਹ ਸਾਰੀਆਂ ਆਰਗੇਨਲਸ ਨਹੀਂ ਨੇ, ਬਟ ਜਿੰਨੇ ਵੀ ਸਟਰਕਚਰਸ ਜਿਹੜੇ ਮੈਮਬ੍ਰੇਨਲੈਸ ਬੋਲ ਸਕਦੇ ਆ ਆਪਾਂ ਨੂੰ ਤੇ ਪੁੱਛਿਆ ਜਾ ਸਕਦਾ ਹੈ, ਜਾਂ ਫਿਰ ਕਦੇ ਕਦੇ ਕੁਛ ਐਵੇਂ ਲੈਬੋਰੇਟਰੀ 'ਚ ਕੁਐਸਚਨ ਬਣਾ ਦਿੰਦੇ ਨੇ ਕਿ ਬਹੁਤ ਸਾਰੇ ਵਰਡਸ ਲਿਖ ਕੇ ਬੋਲਣਗੇ ਕਿ ਕਾਊਂਟ ਕਰੋ ਕਿੰਨੇ ਸਿੰਗਲ ਮੈਮਬ੍ਰੇਨ ਹੈ, ਕਿੰਨੇ ਡਬਲ ਹੈ, ਕਿੰਨੇ ਮੈਮਬ੍ਰੇਨਲੈਸ ਹੈ। ਤਾਂ ਉਹਨਾਂ ਸਭ ਦੇ ਅੰਦਰ ਆਪਾਂ ਰਾਈਬੋਸੋਮ, ਬੇਸਲ ਬੋਡੀ, ਸੈਂਟਰੋਸੋਮ, ਨਿਊਕਲੀਓਲਸ ਤੇ ਇਨਕਲੂਜਨ ਬੋਡੀਜ਼ ਕਾਊਂਟ ਕਰਾਂਗੇ। ਇਨਕਲੂਜਨ ਬੋਡੀ ਕਿੱਥੇ ਹੁੰਦੀ ਹੈ? ਪ੍ਰੋਕੈਰੀਓਟਿਕ ਸੈਲ 'ਚ। ਫਿਰ ਬਚੀਆਂ ਹੋਈਆਂ ਜਿੰਨੀਆਂ ਵੀ ਨੇ ਉਹ ਸਾਰੀਆਂ ਆਣਗੇ ਸਿੰਗਲ ਮੈਮਬ੍ਰੇਨ 'ਚ। ਫॉर एग्जांपल एंडोप्लाज्मिक रेटिकुलम, गोल्जी बॉडी, वैक्यूल, लाइसोसोम, पेरोक्सिसोम, स्फेरोसोम, फिर ग्लाइऑक्सिसोम, ग्लाइऑक्सिसोम। उस तो बाद सीलिया, फ्लैजेला, फिर थैलाकॉइड्स। थैलाकॉइड्स आर दी पार्ट ऑफ प्लास्टिड, क्लोरोप्लास्ट। ਤਾਂ ਅਗਰ ਹमें ਪੁੱਛਿਆ ਜਾਵੇ ਸਾਰੇ ਹੀ ਐਸਿਡਸ ਆਰਗੇਨਲਸ ਤਾਂ ਨਹੀਂ ਨੇ, ਜਿਵੇਂ ਕਿ ਆਪਾਂ ਹੁਣ ਥੈਲਾਕੋਇਡ ਨੂੰ ਆਰਗੇਨਲ ਤਾਂ ਨਹੀਂ ਬੋਲ ਸਕਦੇ, ਇਟ ਇਜ਼ ਅ ਪਾਰਟ ਆਫ ਐਨ ਆਰਗੇਨਲ। ਤਾਂ ਹमें ਕਾਊਂਟ ਕਰਨ ਚ ਅਗਰ ਆਵੇ ਕਿ ਸਿੰਗਲ ਮੈਮਬ੍ਰੇਨ ਕਿਹੜੇ ਨੇ, ਡਬਲ ਮੈਮਬ੍ਰੇਨ ਸਟਰਕਚਰਸ ਕਿਹੜੇ ਨੇ ਤੇ ਮੈਮਬ੍ਰੇਨਲੈਸ ਕਿਹੜੇ ਨੇ, ਤੇ ਉਹਨਾਂ ਦੀ ਇੱਕ ਲਿਸਟ ਹੈ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ। ਅੱਗੇ ਕੀ ਹੁਣ ਆਪਾਂ ਨੇ ਪੜਿਆ ਸੀ ਜਿਹੜਾ ਐਂਡੋਪਲਾਜ਼ਮਿਕ ਰੈਟੀਕੂਲਮ, ਉਹ ਦੋ ਤਰ੍ਹਾਂ ਦੇ ਹੁੰਦੇ ਆ, ਰਫ ਐਂਡੋਪਲਾਜ਼ਮਿਕ ਰੈਟੀਕੂਲਮ ਤੇ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ। ਰਫ ਐਂਡੋਪਲਾਜ਼ਮਿਕ ਰੈਟੀਕੂਲਮ ਦਾ ਕੰਮ ਹੈ ਕਿ ਪ੍ਰੋਟੀਨ ਸਿੰਥੇਸਿਸ, ਤੇ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਦਾ ਕੰਮ ਹੈ ਲਿਪਿਡ ਸਿੰਥੇਸਿਸ। ਤੇ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਦਾ ਇੱਕ ਹੋਰ ਕੰਮ ਹੈ, that is detoxification। ਤਾਂ ਡੀਟੌਕਸੀਫਿਕੇਸ਼ਨ ਨਾ ਕਿੱਥੇ ਕਰਦੇ? ਤਾਂ ਜਿਹੜਾ SER ਹੈ, ਮਤਲਬ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਆਫ ਹਿਪੈਟੋਸਾਈਟਸ। ਹਿਪੈਟੋਸਾਈਟਸ ਆਰ ਸੈਲਸ ਆਫ ਲਿਵਰ। ਹਿਪੈਟੋਸਾਈਟ ਉਹਦੇ ਅੰਦਰ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਡੀਟੌਕਸੀਫਿਕੇਸ਼ਨ ਕਰਦੇ। ਫॉर एग्जांपल ਉਹਦੇ ਅੰਦਰ ਕਿਹੜੇ ਕਿਹੜੇ ਐਂਜ਼ਾਈਮ ਯੂਜ਼ ਹੁੰਦੇ ਨੇ? ਉਹਦੇ ਅੰਦਰ ਇੱਕ ਐਂਜ਼ਾਈਮ ਹੁੰਦਾ ਸਾਈਟੋਕ੍ਰੋਮ P450। ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹੋਏ ਗੋਲਜੀ ਐਪਰੇਟਸ ਦੇ ਕਈ ਸਾਰੇ ਨਾਮ ਨੇ ਆਰਗੇਨਲ ਦੇ। ਇਹਨੂੰ ਕੀ ਬੋਲਿਆ ਜਾਂਦਾ ਹੈ? ਇਹਨੂੰ ਮਿਡਲ ਮੈਨ ਬੋਲਿਆ ਜਾਂਦਾ ਹੈ, ਕਿਉਂਕਿ ਇਹ ਸਾਈਟੋਪਲਾਜ਼ਮ ਮਤਲਬ ਸੈੱਲ ਦੇ ਅੰਦਰ ਤੇ ਬਾਹਰ ਵਾਲੇ ਸਟਰਕਚਰਸ ਕੋਆਰਡੀਨੇਸ਼ਨ ਹੈਲਪ ਕਰਦੇ, ਪੈਕੇਜਿੰਗ ਕਰਦੇ ਤੇ ਬਾਕੀ ਮੋਡੀਫਿਕੇਸ਼ਨ ਆਫ ਮੋਲੀਕਿਊਲਸ ਚ ਹੈਲਪ ਕਰਦੇ, ਤਾਂ ਕਰਕੇ ਇਹਨੂੰ ਮਿਡਲ ਮੈਨ ਬੋਲਿਆ ਜਾਂਦਾ ਹੈ, ਮਿਡਲ ਮੈਨ ਆਫ ਸੈਲ। ਉਸ ਤੋਂ ਬਾਅਦ ਇਹਨੂੰ ਹੋਰ ਕੀ ਬੋਲਿਆ ਜਾਂਦਾ? ਪ੍ਰਿੰਸੀਪਲ ਡਾਇਰੈਕਟਰ ਆਫ ਮੈਕਰੋਮੋਲੀਕੂਲਰ ਟ੍ਰੈਫਿਕ ਇਨ ਸੈਲ। ਪ੍ਰਿੰਸੀਪਲ ਡਾਇਰੈਕਟਰ of मैक्रोमोलिक्यूल। ये अगर पढ़िया नहीं जा रहे तो लिखे मैक्रोमोलिक्यूल ऑफ सेल। ਤਾਂ ਇਹਦਾ ਮਤਲਬ ਕੀ ਹੈ? ਮੈਕਰੋਮੋਲੀਕਿਊਲਸ ਕਿਹੜੇ ਕਿਹੜੇ ਆ ਜਾਣਗੇ ਆਪਣੇ? ਗਲਾਈਕੋਪ੍ਰੋਟੀਨਸ, ਗਲਾਈਕੋਲਿਪਿਡਸ, ਜਾਂ ਫਿਰ ਜਿੰਨੇ ਵੀ ਲਿਪਿਡਸ ਤੇ ਪ੍ਰੋਟੀਨਸ ਐਂਡੋਪਲਾਜ਼ਮਿਕ ਰੈਟੀਕੂਲਮ ਨੂੰ ਸਿੰਥੇਸਾਈਜ਼ ਕੀਤੇ ਜਾਣਗੇ ਗੋਲਜੀ ਆਪਰੇਟਸ ਦੇ ਅੰਦਰ, ਤੇ ਉੱਥੇ ਮੋਡੀਫਿਕੇਸ਼ਨ ਤੇ ਪੈਕੇਜਿੰਗ ਹੋਏਗੀ। ਤਾਂ ਮਤਲਬ ਜਿਹੜੇ ਮੈਕਰੋਮੋਲੀਕਿਊਲਸ ਨੇ ਉਹਦੇ ਡਾਇਰੈਕਟਰ ਕੌਣ ਹੈ? डायरेक्टर गोल्जी apparatus। ਤਾਂ ਕਰਕੇ ਨਾਮ ਕੀ ਪਿਆ? ਪ੍ਰਿੰਸੀਪਲ ਡਾਇਰੈਕਟਰ ਆਫ ਮੈਕਰੋਮੋਲੀਕਿਊਲਸ ਆਫ ਸੈਲ। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਆਪਾਂ। ਹੁਣ ਅੱਗੇ ਆਉਂਦਾ ਕਿ ਇੱਕ ਜ਼ੋਨ ਆਫ ਐਕਸਕਲੂਜਨ ਪ੍ਰੈਜ਼ੈਂਟ ਹੁੰਦਾ ਹੈ ਗੋਲਜੀ apparatus ਦੇ ਆਸ-ਪਾਸ। ਇਹ ਹੁਣ ਹੈ ਕਿ ਜ਼ੋਨ ਆਫ ਐਕਸਕਲੂਜਨ ਹੁੰਦਾ ਕਿ ਇੱਕ zone of exclusion. It is a zone which is present around the Golgi apparatus in which no other organelle is present. ਇਹਨੂੰ ਹੋਰ ਕੀ ਬੋਲਿਆ ਜਾਂਦਾ? Golgi ground substance. It is the zone around area या फिर cytoplasmic area around Golgi apparatus in which no other organelles are present. No other organelles are
प्रेजेंट। ठीक है, मतलब जनरली ऑडियंस ਜਿਹੜੇ ਏਰੀਆ ਦੇ ਅਰਾਊਂਡ ਜਾਂ ਤਾਂ ਐਬਸੈਂਟ ਹੀ ਹੁੰਦੀਆਂ ਨੇ ਜਾਂ ਬਹੁਤ ਘੱਟ ਨੰਬਰ 'ਚ ਹੁੰਦੇ ਨੇ। ਇਹ ਕਿਸ ਕਰਕੇ ਹੁੰਦਾ ਹਨ ਜ਼ੋਨ ਆਫ ਐਕਸਕਲੂਜਨ? ਜ਼ੋਨ ਆਫ ਐਕਸਕਲੂਜਨ ਇਸ ਕਰਕੇ ਹੈ ਕਿ ਜਿਹੜਾ ਗੋਲਜੀ ਹੈ ਉਹ ਪੈਕੇਜਿੰਗ ਤੇ ਟਰਾਂਸਪੋਰਟੇਸ਼ਨ 'ਚ ਹੈਲਪ ਕਰਦਾ ਹੈ, ਤੇ ਜੇ ਉਹਦੇ ਆਸ-ਪਾਸ ਆਰਗੇਨਿਜ਼ਮ ਪ੍ਰੈਜ਼ੈਂਟ ਹੋਣਗੇ ਤਾਂ ਜਿੰਨੇ ਵੀ ਪੈਕੇਜਡ ਮੋਲੀਕਿਊਲਸ ਹੈ ਜਾਂ ਹੋਰ ਕੋਈ ਪੈਕੇजेस ਹੈ ਜਾਂ ਫਿਰ ਹੋਰ ਕੋਈ ਐਵੇਂ ਆਰਗੇਨਿਜ਼ਮ ਦਾ ਸਿੰਥੇਸਿਸ ਵਗੈਰਾ ਹੋ ਰਿਹਾ ਤਾਂ ਉਹਨਾਂ ਨੂੰ ਆਸ-ਪਾਸ ਟਰੈਵਲ ਕਰਨ 'ਚ ਦਿੱਕਤ ਆਏਗੀ। ਮਤਲਬ ਬਾਹਰ ਜਾਂਦੇ ਤੁਹਾਨੂੰ ਐਵੇਂ ਹੋ ਰਿਹਾ ਕਿ ट्रैफिक मिल गया और फिर एक स्टॉप मिल गया तो हमें ट्रांसपोर्टेशन दिक्कत आती है, ता करके हमें समझा जा सकता है कि दोनों में एक्सक्लूजन प्रेजेंट है। उसके बाद आप आगे चलते हैं, ਅੱਗੇ ਆਪਾਂ ਦੇਖਦੇ ਹਾਂ ਕਿ ਲਾਈਸੋਸੋਮ ਦੇ ਬਾਰੇ। ਲਾਈਸੋਸੋਮ ਦੇ ਅੰਦਰ ਇੱਕ ਵੈਰਾਈਟੀ ਆਫ ਐਂਜ਼ਾਈਮਸ ਪ੍ਰੈਜ਼ੈਂਟ ਹੁੰਦੇ ਨੇ ਤੇ ਇਸ ਕਰਕੇ ਇੱਕ ਆ ਲਾਈਨ ਇੰਪੋਰਟੈਂਟ ਹੈ ਕਿ ਇਟ ਇਜ਼ ਰਿਚ ਆਲਮੋਸਟ ਇਨ ਐਵਰੀ ਟਾਈਪ ਆਫ ਐਂਜ਼ਾਈਮ, ਆਲ ਟਾਈਪਸ ਆਫ ਹਾਈਡਰੋਲਿਟਿਕ ਐਂਜ਼ਾਈਮ। ਤਾਂ ਆ ਵੀ ਲਾਈਨ ਕਾਫੀ ਵਾਰ ਪੁੱਛੀ ਜਾ ਚੁੱਕੀ ਹੈ। ਨਾ ਇਸ ਤੋਂ ਇਲਾਵਾ ਲਾਈਸੋਸੋਮ ਦੇ ਕੁਝ ਹੋਰ ਨਾਮ ਨੇ ਜਿਹੜੇ ਆਪਾਂ ਧਿਆਨ ਕਰ ਸਕਦੇ ਹਾਂ ਜਾਂ ਫਿਰ ਮਤਲਬ ਤੁਹਾਨੂੰ ਆਪਸ਼ਨਸ ਮਿਲ ਸਕਦੇ ਨੇ। ਇਹਨੂੰ ਬੋਲੇ ਜਾਂਦੇ ਸਵੀਪਰ ਆਫ ਸੈਲ। ਸਵੀਪਰ ਆਫ ਸੈਲ ਕਿਉਂ? ਕਿਉਂਕਿ ਜਿੰਨੇ ਵੀ ਅਨਵਾਂਟਡ ਪਾਰਟੀਕਲਸ ਹੈ ਜਾਂ ਫਿਰ ਕੋਈ ਹੋਰ ਅਨਵਾਂਟਡ ਸਬਸਟੈਂਸ ਹੈ ਜਾਂ ਫਿਰ ਜਿਵੇਂ ਡਾਈਜੈਸ਼ਨ ਹੈ ਉਹਨਾਂ ਨੂੰ ਸੈਲਸ ਦੇ ਅੰਦਰੋਂ ਖਾ ਕੇ ਉਹਨਾਂ ਨੂੰ ਡਾਈਜੈਸਟ ਕਰ ਦਿੰਦਾ ਨਾ ਕਰਕੇ। ਤੇ ਇਹਨੂੰ ਹੁਣ ਬੋਲਿਆ ਜਾਂਦਾ ਸੁਸਾਈਡਲ ਬੈਗ ਆਫ ਸੈਲ। ਇਹ ਕਿਉਂ ਬੋਲੇ ਜਾਂਦੇ ਸੁਸਾਈਡਲ ਬੈਗ? ਐਵੇਂ ਹੈ ਕਿ ਸਪੋਜ਼ ਅਪੋਪਟੋਸਿਸ ਹੋਣਾ ਤੇ ਅਪੋਪਟੋਸਿਸ ਦੇ ਅੰਦਰ ਕੀ ਹੁੰਦਾ ਕਿ ਲਾਈਸੋਸੋਮ ਬਰਸਟ ਹੋ ਜਾਂਦੇ ਨੇ ਜਾਂ ਫਿਰ ਜਿਵੇਂ ਆਟੋਫੈਗੀ ਹੈ ਉਹਦੇ ਅੰਦਰ ਲਾਈਸੋਸੋਮ ਬਰਸਟ ਹੋ ਜਾਂਦੇ ਨੇ ਤੇ ਜਿੰਨੇ ਵੀ ਲਾਈਸੋਸੋਮ ਦੇ ਐਂਜ਼ਾਈਮ ਆ ਪੂਰੇ ਸਾਈਟੋਪਲਾਜ਼ਮ 'ਚ ਫੈਲ ਜਾਂਦੇ ਨੇ ਤੇ ਸੈੱਲ ਆਟੋ ਡਾਈਜੈਸ਼ਨ ਦੇ ਮੋਡ ਦੇ ਅੰਦਰ ਚਲਾ ਜਾਂਦਾ। ਤੇ ਇਹ ਹੈ ਲਾਈਸੋਸੋਮ ਇਜ਼ ਆਲਸੋ ਅ ਹਾਈਲੀ ਪਲੀਓਮੋਰਫਿਕ ਬੋਡੀ ਆ ਸੈਲ ਆਰਗੇਨਲੀ। ਇਟ ਇਜ਼ ਅ ਹਾਈਲੀ ਪਲੀਓਮੋਰਫਿਕ ਬੋਡੀ or cell organelle. Now what is meant by pleomorphic? Pleomorphic मतलब ਉਹਦੀ shape ਬਾਰ-ਬਾਰ ਚੇਂਜ ਹੋ ਸਕਦੀ ਹੈ, ਰੈਪਿਡਲੀ ਚੇਂਜ ਹੁੰਦੀ ਰਹਿੰਦੀ ਹੈ ਅਕੋਰਡਿੰਗ ਟੂ ਦ ਨੀਡ। ਜਿਹੜੀ ਲਾਈਸੋਸੋਮ ਹੈ ਉਹ ਆਪਣੀ ਸ਼ੇਪ ਚੇਂਜ ਕਰ ਸਕਦੀ। ਸਪੋਜ਼ ਜਦੋਂ ਡਾਈਜੈਸ਼ਨ ਹੁੰਦੀ ਹੈ ਕੋਈ ਵੀ ਫੋਰਨ ਪਾਰਟੀਕਲ ਹੈ ਲਾਈਸੋਸੋਮ ਐਵੇਂ ਅਪੈਂਡੇजेस ਥਰੂ ਕਰਦਾ ਤਾਂ ਹੌਲੀ ਹੌਲੀ ਉਹਨੂੰ ਐਵੇਂ ਕਵਰ ਕਰਕੇ ਅੰਦਰ ਲੈ ਲੈਂਦਾ ਤਾਂ ਕਰਕੇ ਉਹਦਾ ਜਿਹੜਾ ਉਹਦਾ ਸਟਰਕਚਰ ਹੈ ਉਹ ਪਲੀਓਮੋਰਫਿਕ ਹੈ। ਉਸ ਤੋਂ ਬਾਅਦ ਚੱਲਦੇ ਆਪਾਂ ਵੈਕਿਊਲਸ ਤੇ। ਵੈਕਿਊਲਸ ਤੇ ਐਸ ਸੱਚ ਕੁਝ ਜਿਵੇਂ ਐਕਸਟਰਾ ਪੁਆਇੰਟ ਤਾਂ ਨਹੀਂ ਹੈ ਬਟ ਇਹ ਚੀਜ਼ ਯਾਦ ਕਰਨੀ ਬਹੁਤ ਇੰਪੋਰਟੈਂਟ ਹੈ ਕਿ ਇਹਦੇ ਅੰਦਰ ਮੋਸਟਲੀ 90% ਵੋਲਿਊਮ ਆਫ ਦੀ ਪਲਾਂਟ ਸੈਲ ਆਕਿਊਪਾਈ ਕਰਦੇ ਤੇ ਸਿੰਗਲ ਮੈਂਬਰੇਨ ਦੀ ਮੈਂਬਰੇਨ ਨੂੰ ਟੋਨੋਪਲਾਸਟ ਬੋਲਦੇ ਨੇ। ਤਾਂ ਫਿਰ ਅਮੀਬਾ ਦੇ ਅੰਦਰ ਕੰਟਰੈਕਟਾਈਲ ਵੈਕਿਊਲ ਹੁੰਦਾ ਹੈ ਜਿਹੜਾ ਆਸਮੋ ਰੈਗੂਲੇਸ਼ਨ ਐਜ਼ ਵੈਲ ਐਜ਼ ਐਕਸਕ੍ਰੀਸ਼ਨ ਚ ਹੈਲਪ ਕਰਦਾ ਹੈ। ਪ੍ਰੋਟਿਸਟ ਚ ਫੂਡ ਵੈਕਿਊਲ ਹੁੰਦਾ ਹੈ। ਇਹ ਸਭ ਚੀਜ਼ਾਂ ਯਾਦ ਕਰਨੀਆਂ ਨੇ। ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਆਉਂਦੀ ਹੈ ਕਿ ਲਾਈਸੋਸੋਮ ਦੇ ਬਾਰੇ ਜਿਹੜਾ ਟੈਡਪੋਲ ਹੈ ਨਾ, ਟੈਡਪੋਲ ਦੀ ਜਿਹੜੀ ਟੇਲ ਹੁੰਦੀ ਹੈ ਉਹ ਲਾਈਸੋਸੋਮ ਹੀ ਹੈਲਪ ਕਰਦਾ ਉਹਨੂੰ ਡਾਈਜੈਸਟ ਕਰਨ 'ਚ। ਜਿਵੇਂ ਹੁਣ ਟੈਡਪੋਲ ਹੈ, ਟੈਡਪੋਲ ਦੇ ਅੰਦਰ ਟੇਲ ਪ੍ਰੈਜ਼ੈਂਟ ਹੈ ਬਟ ਜਦੋਂ ਇਹ ਫਰੋਗ ਬਣਦਾ ਤਾਂ ਫਰੋਗ ਦੇ ਅੰਦਰ ਆਪਣੀ ਟੇਲ ਐਬਸੈਂਟ ਹੁੰਦੀ ਹੈ। ਤਾਂ ਇਹਦੇ ਅੰਦਰ ਜਿਹੜਾ ਐਂਜ਼ਾਈਮ ਹੈਲਪ ਕਰਦਾ ਉਹਦਾ ਨਾਮ ਹੁੰਦਾ ਕਥੈਪਸਿਨ। ਕਥੈਪਸਿਨ ਐਂਜ਼ਾਈਮ। ਤਾਂ ਕਥੈਪਸਿਨ ਐਂਜ਼ਾਈਮ ਕੀ ਹੁੰਦਾ? ਇਹਦਾ ਮਤਲਬ ਕੀ ਹੈ ਕਿ ਜਿਹੜੇ ਲਾਈਸੋਸੋਮ ਹੁੰਦੇ ਨੇ ਇਹਦੇ ਅੰਦਰ ਲਾਈਸੋਸੋਮ ਉਹ ਬਰਸਟ ਕਰ ਜਾਂਦੇ ਨੇ ਤੇ ਪੂਰੇ ਸੈੱਲ ਦੇ ਅੰਦਰ ਇਹਦੇ ਐਂਜ਼ਾਈਮਸ ਫੈਲ ਜਾਂਦੇ ਨੇ ਤੇ ਉਹ ਸੈੱਲ ਹੁੰਦਾ ਆਟੋਡਾਈਜੇਸ਼ਨ ਜਾਂ ਆਟੋਫੈਗੀ 'ਚ ਚਲਾ ਜਾਂਦਾ। ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਮਾਈਟੋਕੌਂਡਰੀਆ ਤੇ। ਮਾਈਟੋਕੌਂਡਰੀਆ ਤੇ ਜ਼ਿਆਦਾ ਆਪਾਂ ਨੇ ਇਹਦੀ ਸਟਰਕਚਰ ਦੇ ਬਾਰੇ ਧਿਆਨ ਰੱਖਣਾ ਕਿ ਡਬਲ ਮੈਂਬਰੇਨ ਹੈ, ਫਿਰ ਮੈਟ੍ਰਿਕਸ ਹੁੰਦਾ ਹੈ, ਫਿਰ ਕ੍ਰਿਸਟੀ ਇਹਦੀ ਫੋਲਡਿੰਗਸ ਨੂੰ ਕ੍ਰਿਸਟੀ ਬੋਲਦਾ ਹੈ। ਉਸ ਤੋਂ ਬਾਅਦ ਇਹਦੀ ਇੰਟਰਮੈਂਬਰੇਨ ਸਪੇਸ ਹੁੰਦੀ ਹੈ ਉਹਦੇ ਅੰਦਰ ਵੀ ਐਂਜ਼ਾਈਮਸ ਪ੍ਰੈਜ਼ੈਂਟ ਹੁੰਦੇ ਨੇ। ਉਸ ਤੋਂ ਬਾਅਦ ਅਗਰ ਪੁੱਛਿਆ ਜਾਵੇ ਤਾਂ ਜਿਹੜੇ ਆਊਟਰ ਮੈਂਬਰੇਨ ਹੈ ਉਹਦੇ ਅੰਦਰ ਜ਼ਿਆਦਾ ਪੋਰਨਸ ਪ੍ਰੈਜ਼ੈਂਟ ਹੁੰਦੇ ਨੇ, ਮਤਲਬ ਚੈਨਲਸ ਪ੍ਰੈਜ਼ੈਂਟ ਹੁੰਦੇ ਨੇ ਆਪਣੇ ਟਰਾਂਸਪੋਰਟ ਲਈ। ਵੇਅਰਸ ਜਿਹੜੀ ਇਨਰ ਮੈਂਬਰੇਨ ਹੈ ਉਹਦੇ ਅੰਦਰ ਜ਼ਿਆਦਾ ਪ੍ਰੋਟੀਨਸ ਹੁੰਦੇ ਨੇ। ਮੈਂ ਐਸੇ ਇਹਨੂੰ ਲਿਖ ਕੇ ਮੈਂਸ਼ਨ ਨਹੀਂ ਕਰ ਰਹੀ ਕਿਉਂਕਿ ਜ਼ਿਆਦਾ ਇੰਪੋਰਟੈਂਟ ਪੁਆਇੰਟ ਨਹੀਂ ਹੈ ਬਟ ਕਦੇ ਅਗਰ ਪੁੱਛਿਆ ਜਾਵੇ ਤਾਂ ਪੁੱਛਿਆ ਜਾ ਸਕਦਾ। ਉਸ ਤੋਂ ਬਾਅਦ ਆਉਂਦੇ ਪਲਾਸਟਿਡਸ। ਜਿਹੜੇ ਹੁਣ ਪਲਾਸਟਿਡਸ ਨੇ ਇਹਦੇ ਉੱਤੇ ਇੱਕ ਵਾਰ ਇੱਕ ਕੁਐਸਚਨ ਜਿਹਾ ਆਇਆ ਸੀਗਾ, ਥੋੜਾ ਵੀਅਰਡ ਕੁਐਸਚਨ ਸੀਗਾ ਐਨਟੀਏ ਦੇ ਮੌਕ ਟੈਸਟ ਦੇ ਅੰਦਰ ਕਿ ਜਿਹੜਾ ਐਮਬ੍ਰੀਓਨਲ ਟਿਸ਼ੂ ਆਫ ਐਂਜੀਓਸਪਰਮਸ ਹੁੰਦਾ, ਐਂਜੀਓਸਪਰਮਸ ਪਤਾ ਨਾ ਆਪਾਂ ਪਲਾਂਟ ਡਾਇਵਰਸਿਟੀ 'ਚ ਪੜ੍ਹਿਆ ਸੀਗਾ, ਉਹਦੇ ਅੰਦਰ ਲਿਊਕੋਪਲਾਸਟ ਪ੍ਰੈਜ਼ੈਂਟ ਹੁੰਦੇ ਨੇ। ਮੈਂ ਲਿਖ ਦਿੰਦੀ ਹਾਂ ਬਟ ਕਦੇ ਆਉਣਾ ਤਾਂ ਨਹੀਂ ਹੈਗਾ ਅੱਗੇ।
ਇਹ ਤਾਂ ਲੱਗਦਾ ਕਿਉਂਕਿ ਕੁਐਸਚਨ ਕਾਫੀ ਥੋੜਾ ਅਲੱਗ ਸੀਗਾ। ਤਾਂ ਜਿਹੜਾ ਐਂਜੀਓਸਪਰਮਸ ਮਤਲਬ ਪਲਾਂਟ ਡਾਇਵਰਸਿਟੀ ਦੇ ਅੰਦਰ ਇੱਕ ਗਰੁੱਪ ਹੈ, ਐਂਜੀਓਸਪਰਮਸ ਐਮਬ੍ਰੀਓਨਲ ਟਿਸ਼ੂ ਚ ਲਿਊਕੋਪਲਾਸਟਸ ਪ੍ਰੈਜ਼ੈਂਟ ਸੀਗੇ। ਇਹ ਬਸ ਇੱਕ ਫੈਕਟ ਹੈ ਯਾਦ ਕਰਨ ਲਈ। ਉਸ ਤੋਂ ਬਾਅਦ ਇਹ ਲਾਈਨਸ ਕਾਫੀ ਇੰਪੋਰਟੈਂਟ ਨੇ ਸਾਰੀਆਂ ਕਿ ਕਿੰਨੇ ਤਰ੍ਹਾਂ ਦੇ ਪਲਾਸਟਿਡਸ ਨੇ ਤੇ ਉਹਨਾਂ ਦੇ ਟਾਈਪਸ ਕੀ ਕੀ ਨੇ। ਆਪਾਂ ਨੇ ਦੇਖਿਆ ਸੀ ਕਿ ਤਿੰਨ ਤਰ੍ਹਾਂ ਦੇ ਹੁੰਦੇ ਆ, ਕਲੋਰੋਪਲਾਸਟ, ਕ੍ਰੋਮੋਪਲਾਸਟ ਤੇ ਲਿਊਕੋਪਲਾਸਟ। ਲਿਊਕੋਪਲਾਸਟ ਅੱਗੇ ਤਿੰਨ ਤਰ੍ਹਾਂ ਦੇ ਹੁੰਦੇ ਆ, ਅਮਾਈਲੋ, ਇਲਾਇਓ ਤੇ ਇਲਿਊਰੋ। ਤੇ ਇਹਨਾਂ ਦੇ ਕੰਟੈਂਟਸ ਕੀ ਕੀ ਨੇ? ਕਾਰਬੋਹਾਈਡਰੇਟਸ, ਆਇਲਸ ਐਂਡ ਫੈਟਸ ਐਂਡ ਪ੍ਰੋਟੀਨਸ। ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਹੁਣ ਆਪਾਂ ਕਲੋਰੋਪਲਾਸਟ ਦਾ ਸਟਰਕਚਰ ਦੇਖਦੇ ਹਾਂ। ਇਹਦੇ ਅੰਦਰ ਸਟਰਕਚਰ ਦੇ ਉੱਤੇ ਫੇਰ ਤੋਂ ਧਿਆਨ ਦੇਣਾ ਕਿਉਂਕਿ ਇਹ ਲੇਬਲਿੰਗ ਚ ਆ ਸਕਦੇ ਬਹੁਤ ਈਜ਼ੀਲੀ। ਹੁਣ ਜਿਹੜਾ ਸਟ੍ਰੋਮਾ ਹੁੰਦਾ ਉਹ ਕਿਹਦੇ ਅੰਦਰ ਹੈਲਪ ਕਰਦੇ? ਇਟ ਇਜ਼ ਅ ਸਾਈਟ ਆਫ ਡਾਰਕ ਰਿਐਕਸ਼ਨ। ਸਾਈਟ ਆਫ ਇਹ ਅੱਗੇ ਇੱਕ ਫੋਟੋਸਿੰਥੇਸਿਸ ਚੈਪਟਰ ਹੈਗਾ ਨਾ ਆਪਣੇ ਪਲਾਂਟ ਫਿਜ਼ੀਓਲੋਜੀ ਦੇ ਅੰਦਰ, ਉਹਦੇ ਅੰਦਰ ਇਨ ਡਿਟੇਲ ਡਾਰਕ ਤੇ ਲਾਈਟ ਰਿਐਕਸ਼ਨ ਪੜਾਇਆ ਗਿਆ। ਤੇ ਜ਼ਿਆਦਾ ਐਵੇਂ ਡਰਨ ਦੀ ਲੋੜ ਨਹੀਂ ਹੈਗੀ ਅਜੇ ਵੀ ਡਾਰਕ ਰਿਐਕਸ਼ਨ ਕੀ ਹੁੰਦਾ। ਡਾਰਕ ਰਿਐਕਸ਼ਨ ਦੀ ਸਾਈਟ ਕਿੱਥੇ ਹੁੰਦੀ ਹੈ? ਸਟ੍ਰੋਮਾ ਦੇ ਅੰਦਰ। ਕਿਉਂਕਿ ਕਿਹੜਾ ਐਂਜ਼ਾਈਮ ਪ੍ਰੈਜ਼ੈਂਟ ਹੁੰਦਾ ਸਟ੍ਰੋਮਾ ਦੇ ਅੰਦਰ? ਰੂਬਿਸਕੋ ਇਜ਼ ਪ੍ਰੈਜ਼ੈਂਟ। ਉਸ ਤੋਂ ਬਾਅਦ ਜਿਹੜੇ ਥੈਲਾਕੋਇਡਸ ਹੁੰਦੇ ਨੇ ਜਾਂ ਫਿਰ ਗ੍ਰੈਨਮ ਬੋਲ ਸਕਦੇ ਆ, ਇਹਨਾਂ ਦੇ ਅੰਦਰ ਕਿਹੜੀ ਕੀ ਹੁੰਦਾ? ਲਾਈਟ ਰਿਐਕਸ਼ਨ। ਉਸ ਤੋਂ ਬਾਅਦ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਕਲੋਰੋਪਲਾਸਟ ਦਾ ਫੰਕਸ਼ਨ ਹੈ ਉਹ ਫੋਟੋਸਿੰਥੇਸਿਸ ਐਂਡ ਸਟੋਰੇਜ ਆਫ ਸਟਾਰਚ ਹੈ। ਫਿਰ ਉਸ ਤੋਂ ਬਾਅਦ ਆਨੇ ਆਪਾਂ ਆਰਐਨਐਸ ਰਾਈਬੋਸੋਮਸ ਤੇ। ਰਾਈਬੋਸੋਮਸ ਦੇ ਬਾਰੇ ਆਪਾਂ ਨੇ ਕਾਫੀ ਮਤਲਬ ਘੱਟ ਡਿਟੇਲ ਦਿੱਤੀ ਹੋਈ ਹੈ ਐਨਸੀਈਆਰਟੀ ਦੇ ਅੰਦਰ, ਤੇ ਇਹਨੂੰ ਥੋੜਾ ਹੋਰ ਡਿਟੇਲਸ ਦੇਖਦੇ ਹਾਂ ਆਪਾਂ। ਜਿਹੜੇ 70s ਤੇ 80s ਰਾਈਬੋਸੋਮਸ ਹੁੰਦੇ ਨੇ ਉਹਨਾਂ ਦੋਨਾਂ ਦੇ ਅੰਦਰ ਇੱਕ ਲਾਰਜਰ ਸਬ ਯੂਨਿਟ ਹੁੰਦਾ ਤੇ ਇੱਕ ਸਮਾਲਰ ਸਬ ਯੂਨਿਟ ਹੁੰਦਾ। ਹੁਣ ਜਿਹੜਾ ਲਾਰਜਰ ਐਂਡ ਸਮਾਲਰ ਸਬ ਯੂਨਿਟਸ ਹੈ ਉਹਨਾਂ ਦੇ ਅੰਦਰ ਫਰਦਰ ਫੇਰ ਤੋਂ ਹੋਰ ਕਾਫੀ ਕੰਪੋਜੀਸ਼ਨ ਹੁੰਦੀ ਹੈ ਮੈਂ ਯੂਨਿਟਸ ਦੀਆਂ, ਤੇ ਇੱਕ ਵਾਰ ਉਹਨੂੰ ਦੇਖਦੇ ਹਾਂ। ਹੋ ਸਕਦਾ ਕਦੇ ਕੁਐਸਚਨ ਆ ਜਾਏ, ਬਸ ਐਜ ਸੱਚ ਨਹੀਂ ਮਿਲਿਆ ਬਟ ਪੁੱਛਿਆ ਤਾਂ ਜਾ ਸਕਦਾ। 70s ਥੋੜਾ ਉਰੇ ਲਿਖ ਦਿੰਦੀ 70s ਤੇ 80s। ਹੁਣ ਇਹ ਹੈ ਕਿ ਸਮਾਲਰ ਸਬ ਯੂਨਿਟ ਹੈ, ਇਹ ਹੈ ਲਾਰਜਰ ਸਬ ਯੂਨਿਟ। ਸਮਾਲਰ ਸਬ ਯੂਨਿਟ, ਲਾਰਜਰ ਸਬ ਯੂਨਿਟ। ਇਹਦਾ ਸਮਾਲਰ ਸਬ ਯੂਨਿਟ ਕਿਹੜਾ ਹੈ? 30s। ਕਿਹੜਾ ਹੈਗਾ? 40s। ਤਾਂ ਇਹ 50s ਲਾਰਜਰ ਸਬ ਯੂਨਿਟ ਤੇ 60s। ਇਹ ਤਾਂ ਆਪਾਂ ਨੂੰ ਅੱਛੀ ਤਰ੍ਹਾਂ ਪਤਾ ਹੈ। ਹੁਣ 30s ਦੇ ਅੰਦਰ ਕਿਹੜੇ ਕਿਹੜੇ ਯੂਨਿਟਸ ਹੁੰਦੇ ਨੇ? 16 ਦੂਜੇ ਕਲਰ ਨਾਲ ਲਿਖ ਦਿੰਦੇ ਆਪਾਂ ਇਹਨੂੰ 16 S RNA rRNA ਮਤਲਬ ਰਾਈਬੋਸੋਮਲ RNA ਤੇ 21 ਡਿਫਰੈਂਟ ਟਾਈਪਸ ਆਫ ਪ੍ਰੋਟੀਨਸ ਪ੍ਰੈਜ਼ੈਂਟ ਹੁੰਦੇ ਨੇ। ਹੁਣ ਲਾਰਜਰ ਸਬ ਯੂਨਿਟ, ਲਾਰਜਰ ਸਬ ਯੂਨਿਟ ਦੇ ਅੰਦਰ 5 S rRNA, फिर 23 S rRNA, 34 different types of proteins। ਹੁਣ 80s ਦੇਖਦੇ ਹੋਏ 80s ਕਿਹੜਾ ਹੁੰਦਾ? 18 S rRNA ਤੇ 33 types of different proteins। ਉਸ ਤੋਂ ਬਾਅਦ ਆਉਂਦੇ ਲਾਰਜਰ ਸਬ ਯੂਨਿਟ, ਲਾਰਜਰ ਸਬ ਯੂਨਿਟ 5 S rRNA ਤੇ 5.8 S rRNA ਤੇ 28 S rRNA ਤੇ 40 different types of proteins। ਹੁਣ ਜਿਹੜੇ ਇਹਦੇ ਅੰਦਰ ਦੋ ਐਂਜ਼ਾਈਮਸ ਨੇ ਜਿਹੜੇ ਐਸਿਡਸ ਮਤਲਬ ਜਿਹੜੇ ਦੋ ਸਬ ਯੂਨਿਟਸ ਨੇ ਜਿਹੜੇ ਐਂਜ਼ਾਈਮਸ ਦੀ ਤਰ੍ਹਾਂ ਫੰਕਸ਼ਨ ਕਰਦੇ ਨੇ ਜਦੋਂ ट्रांसलेशन ਹੁੰਦੀ ਨੇ, ਉਹ ਕਿਹੜੇ ਨੇ? For 70s it is 23 sRNA and for 80s it is 28 sRNA. They function as peptidal transferase. These both function as peptidal transferase। ਉਸ ਤੋਂ ਬਾਅਦ ਐਨਟੀ ਦੇ ਅੰਦਰ ਕੁਝ ਕੁਐਸਚਨ ਆਏ ਸੀ ਐਨਟੀ ਦੇ ਮੌਕ ਟੈਸਟ ਦੇ ਅੰਦਰ ਕਿ ਜਿਹੜਾ ਆਪਣਾ 70s ਤੇ 80s ਆਰਐਨਏਸ ਹੁੰਦੇ ਨੇ ਉਹਨਾਂ ਦੇ ਅੰਦਰ ਕੰਪੋਜੀਸ਼ਨ ਆਫ ਪ੍ਰੋਟੀਨ ਵਰਸਸ ਕੰਪੋਜੀਸ਼ਨ ਆਫ ਆਰਐਨਏ ਕਿੰਨੀ ਹੁੰਦੀ ਹੈ। ਤੇ ਆਪਾਂ ਦੇਖ ਸਕਦੇ ਹਾਂ ਜਿਹੜਾ 70s ਹੈ
70s ਦੇ ਅੰਦਰ ਆਪਣੇ ਕੋਲ ਹੁੰਦਾ 60% rRNA ਤੇ 40% ਪ੍ਰੋਟੀਨਸ। ਤੇ ਜਿਹੜਾ 80s ਹੈ ਇਹਦਾ ਜਸਟ ਰਿਵਰਸ ਹੈ, ਇਹਦੇ ਅੰਦਰ 40% rRNA ਹੈ ਤੇ 60% प्रोटीन है। एक बार पूछा जा चुके हैं एंटी ਇਹਦੇ ਮੌਕ ਟੈਸਟ ਦੇ ਅੰਦਰ। ਉਸ ਤੋਂ ਬਾਅਦ ਇੱਕ ਹੋਰ ਥੋੜਾ ਰਿਐਕਸ਼ਨ ਇੰਪੋਰਟੈਂਟ ਹੈ ਜਿਹੜਾ ਇਹ ਵੀ ਆ ਚੁੱਕਿਆ ਇੱਕ ਵਾਰ ਐਂਟੀ ਦੇ ਅੰਦਰ। ਇਹ ਹੈ ਕਿ ਆਪਣੇ ਕੋਲ ਮਤਲਬ ਕੀ ਰਿਐਕਸ਼ਨ ਆਏਗੀ ਆਪਣੇ ਕੋਲ ਜਾਂ ਫਿਰ ਕਿਹੜਾ ਆਪਣੇ ਨੂੰ ਆਪਾਂ ਨੇ ਕੋਫੈਕਟਰ ਜਾਂ ਫਿਰ ਕੈਟਲਿਸਟ ਵਗੈਰਾ ਚਾਹੀਦੇ ਨੇ ਫॉर ਜੁਆਇਨਿੰਗ ਆਫ ਦੀ 2 ਸਬ ਯੂਨਿਟਸ ਆਫ ਦੀ ਰਾਈਬੋਸੋਮਸ। ਤਾਂ ਐਵੇਂ ਹੈ ਕਿ ਅਗਰ ਆਪਣੇ ਕੋਲ ਆਇਆ ਹੋਵੇ ਰਿਐਕਸ਼ਨਸ ਮੈਂ ਲਿਖ ਦਿੰਦੀ ਹਾਂ, ਉਸ ਤੋਂ ਬਾਅਦ ਐਕਸਪਲੇਨ ਕਰਦੀ ਹਾਂ ਕਿ ਆਪਣੇ ਕੋਲ ਰਿਐਕਸ਼ਨ ਹੋਵੇ 30s ਪਲਸ 50s या 40s प्लस मतलब 30s ਤੇ 50s और 40s प्लस 60s ਦੋਨਾਂ ਲਈ, ਜਾਂ ਫਿਰ ਆਪਾਂ ਹੋਰ ਪ੍ਰੋਪਰਲੀ ਲਿਖਦੇ ਹਾਂ ਤਾਂ ਕਿ ਕਨਫਿਊਜ਼ਨ ਨਾ ਆਵੇ ਕੋਈ ਵੀ। 30s plus 50s ਆਪਾਂ ਨੂੰ ਦੇਗਾ in presence of 0.001 molar magnesium ions. It will give us 70s ribosomes. Similarly, 40s plus 60s in presence of 0.001 molar magnesium ions. It will give us 80s. ਤੇ ਉਸਦੇ ਆਪੋਜ਼ਿਟ ਅਗਰ ਸੇਮ ਕਨਸਟੀਟੂਐਂਟਸ ਨੇ ਬਟ ਕੰਸੈਂਟ੍ਰੇਸ਼ਨ ਆਫ ਮੈਗਨੀਸ਼ੀਅਮ ਆਇਨਸ ਚੇਂਜ ਹੋ ਗਈ ਹੈ ਤਾਂ ਆਪਣੇ ਕੋਲ ਆਂਸਰ ਕੀ ਆਏਗਾ। ਨਾउ इन प्रेजेंस ऑफ 0.10 टाइम्स इंक्रीज कर दिए 0.01 मोलर मैग्नीशियम आयंस तो अपने को 100s राइबोसोम्स आएंगे। तो 40s प्लस 60s in present of 0.01 molar magnesium ions ਤਾਂ ਆਪਣੇ ਕੋਲ 120s ਰਾਈਬੋਸੋਮਸ ਆਣਗੇ। ਇਹ ਵੀ ਆਪਾਂ ਨੂੰ ਇੱਕ ਵਾਰ ਐਨਟੀਏ ਦੇ ਪੇਪਰ 'ਚ ਆਇਆ ਸੀਗਾ ਬਟ ਇਹ ਬਹੁਤ ਪੁਰਾਣੇ ਮੌਕ ਟੈਸਟ ਹੈ 2020 ਦੇ ਅੰਦਰ ਜਦੋਂ ਨਈ ਨਈ ਐਨਟੀਏ ਦੀ ਐਪ ਲਾਂਚ ਹੋਈ ਸੀ ਕੋਵਿਡ ਦੇ ਟਾਈਮ 'ਤੇ, ਕਿਉਂਕਿ ਪਹਿਲੀ ਵਾਰ ਐਵੇਂ ਕਲੱਬ ਪੇਪਰ ਹੋ ਰਿਹਾ ਸੀ ਤਾਂ ਕਰਕੇ ਲਾਂਚ ਹੋਈ ਸੀ। ਹੁਣ ਇਹਨਾਂ ਦੀ ਆਸ 'ਚ ਇੰਨੀ ਇੰਪੋਰਟੈਂਸ ਨਹੀਂ ਬਟ ਅਗਰ ਤੁਸੀਂ ਯਾਦ ਕਰਨਾ ਐਕਸਟਰਾ ਲਈ ਤਾਂ ਕਰ ਸਕਦੇ। ਉਸ ਤੋਂ ਬਾਅਦ ਆਉਂਦੇ ਸਾਈਟੋਸਕੈਲਟਨ। ਹੁਣ ਜਿਹੜਾ ਸਾਈਟੋਸਕੈਲਟਨ ਹੈ ਆਪਣਾ ਉਹਦੇ ਅੰਦਰ ਕੀ ਆਉਂਦਾ ਆਪਣੇ ਕੋਲ। ਸਾਈਟੋਸਕੈਲਟਨ ਦੇ ਆਪਣੇ ਕੋਲ ਅੰਦਰ ਆਉਂਦੇ ਨੇ ਸਾਈਟੋਸਕੈਲਟਨ। ਇਟ ਕੰਸਿਸਟਸ ਆਫ ਮਾਈਕਰੋਟਿਬਿਊਲਸ, ਉਸ ਤੋਂ ਬਾਅਦ ਮਾਈਕਰੋਫਿਲਾਮੈਂਟਸ, ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਇੰਟਰਮੀਡੀਏਟ ਫਿਲਾਮੈਂਟਸ। ਇਹ ਸਾਰੇ ਆਪਣੇ ਕੋਲ ਪ੍ਰੈਜ਼ੈਂਟ ਹੁੰਦੇ ਨੇ ਸਾਈਟੋਸਕੈਲਟਨ ਦੇ ਅੰਦਰ, ਮਾਈਕਰੋਟਿਬਿਊਲਸ, ਮਾਈਕਰੋਫਿਲਾਮੈਂਟਸ ਤੇ ਇੰਟਰਮੀਡੀਏਟ ਫਿਲਾਮੈਂਟਸ। ਹੁਣ ਇਹਨਾਂ ਦੇ ਬਾਰੇ ਥੋੜਾ ਪੜ੍ਹਦੇ ਹੋਏ ਸਭ ਤੋਂ ਪਹਿਲਾਂ ਆਉਂਦਾ ਹੈ ਮਾਈਕਰੋਟਿਬਿਊਲਸ। ਜਿਹੜਾ ਮਾਈਕਰੋਟਿਬਿਊਲਸ ਹੈ ਉਹਦੇ ਅੰਦਰ ਕੀ ਹੁੰਦਾ, ਸਭ ਤੋਂ ਪਹਿਲਾ ਪੁਆਇੰਟ ਹੈ ਕਿ ਇਹ ਟਿਊਬੂਲਿਨ ਪ੍ਰੋਟੀਨ ਤੇ ਇਹਦਾ ਸਟਰਕਚਰ ਕਿਵੇਂ ਹੁੰਦਾ, ਇਹ ਟਿਊਬੂਲਰ ਹੁੰਦੇ ਨੇ। ਉੱਪਰ ਲਿਖੇ ਟਿਊਬੂਲਿਨ ਪ੍ਰੋਟੀਨ ਤੇ ਇਹਦਾ ਸਟਰਕਚਰ ਦਾ ਕਿਵੇਂ ਹੁੰਦਾ, ਟਿਊਬੂਲਰ ਹੁੰਦਾ, ਹੋਲੋ ਹੁੰਦਾ। ਤੇ ਹੁਣ ਇਹਦਾ ਡਾਇਆਮੀਟਰ ਦੇ ਬਾਰੇ ਡਿਸਕਸ ਕਰਦੇ ਹੋਏ ਇਹਦਾ ਸਟਰਕਚਰ ਕੁਝ ਐਵੇਂ ਰਹੇਗਾ, ਐਵੇਂ ਬਹੁਤ ਸਾਰੇ ਮਾਈਕਰੋਟਿਬਿਊਲਸ ਰਹਿਣਗੇ, ਮਤਲਬ ਟਿਊਬਸ ਜਾਂ ਰਹਿਣਗੇ ਛੋਟੀ ਛੋਟੀਆਂ ਤੇ ਐਵੇਂ ਲੰਬੇ ਲੰਬੇ ਹੋਣਗੇ, ਇਹ ਹੋਲੋ ਹੁੰਦੀਆਂ ਨੇ ਨਾਲੇ ਟਿਊਬਸ। ਠੀਕ ਹੈ, ਹੁਣ ਇਹਦਾ ਡਾਇਆਮੀਟਰ ਦੇਖਦੇ ਹਾਂ ਆਪਾਂ। ਇਹਦਾ ਜਿਹੜਾ ਇਨਰ ਡਾਇਆਮੀਟਰ ਹੈ ਉਹ ਹੁੰਦਾ 15 ਨੈਨੋਮੀਟਰ। ਇਨਰ ਹੈ 15 ਨੈਨੋਮੀਟਰ ਤੇ ਜਿਹੜਾ ਆਊਟਰ ਡਾਇਆਮੀਟਰ ਹੈ ਇਹ ਹੁੰਦਾ 24 ਤੋਂ 25 ਨੈਨੋਮੀਟਰ। ਠੀਕ ਹੈ, ਇਨਰ ਕਿੰਨਾ ਹੋਇਆ 15 ਤੇ ਆਊਟਰ ਕਿੰਨਾ ਹੋਇਆ 24 ਤੋਂ 25। ਹੁਣ ਜਿਹੜਾ ਹੁੰਦਾ ਮਾਈਕਰੋਟਿਬਿਊਲਸ,
ਇਹਦਾ ਕੰਮ ਕੀ ਹੈ? ਜਦੋਂ ਸੈਲ ਡਿਵੀਜ਼ਨ ਹੁੰਦੀ ਹੈ ਇਹ ਸਪਿੰਡਲ ਕੰਪਲੈਕਸ ਫਾਰਮੇਸ਼ਨ 'ਚ ਹੈਲਪ ਕਰਦੇ। ਸੈਲ ਡਿਵੀਜ਼ਨ ਦੇ ਟਾਈਮ ਤੇ ਸਪਿੰਡਲ ਕੰਪਲੈਕਸ ਸਪਿੰਡਲ ਫਾਈਬਰਸ ਬਣਾਉਣ 'ਚ ਹੈਲਪ ਕਰਦੇ ਤੇ ਉਸ ਤੋਂ ਬਾਅਦ ਇਟ ਆਲਸੋ ਹੈਲਪਸ ਇਨ ਵੈਸਿਕਲ ਟਰਾਂਸਪੋਰਟ। ਵੈਸਿਕਲ ਟਰਾਂਸਪੋਰਟ। ਉਸ ਤੋਂ ਬਾਅਦ ਆਪਣੇ ਕੋਲ ਅਗਲਾ ਆਉਂਦਾ ਹੈ ਮਾਈਕਰੋਫਿਲਾਮੈਂਟਸ। ਜਿਹੜਾ ਮਾਈਕਰੋਫਿਲਾਮੈਂਟ ਹੈ ਇਹਦਾ ਡਾਇਆਮੀਟਰ ਕੀ ਹੈ? 6 to 8 नैनोमीटर। और ਜਿਵੇਂ ਕਿ ਮਾਈਕਰੋਟਿਬਿਊਲ ਤਾਂ ਇਹਦੇ ਕੰਪੈਰੀਜ਼ਨ 'ਚ ਕਾਫੀ ਬੜੇ ਹੈ, ਸੈਲਸ 'ਚ ਆਲਮੋਸਟ ਡਬਲ ਹੈ। ਇਨਰ ਡਾਇਆਮੀਟਰ ਇਸ 15 ਐਂਡ ਆਊਟਰ ਇਸ ਆਪਾਂ ਮੈਂਸ਼ਨ ਕਰ ਦਿੰਦੇ ਹਾਂ ਆਊਟਰ ਡਾਇਆ ਤੇ ਇਹ ਹੈ ਇਨਰ ਡਾਇਆਮੀਟਰ। ਡਾਇਆਮੀਟਰ ਦੀ ਗੱਲ ਹੋ ਗਈ। ਉਸ ਤੋਂ ਬਾਅਦ ਆਪਾਂ ਬੋਲਾਂਗੇ ਕਿ ਇਹ ਰਿਜਿਡ ਰੋਡ ਲਾਈਕ ਹੁੰਦਾ। ਇਹਦੀ ਸ਼ੇਪ ਕਿਵੇਂ ਹੈ? ਰਿਜਿਡ ਰੋਡ ਲਾਈਕ। ਹੌਲੋ ਜਾਂ ਟਿਊਬੂਲਰ ਨਹੀਂ ਹੈ, ਰਿਜਿਡ ਰੋਡ ਲਾਈਕ ਹੈ। ਇਹ ਕਿਸ ਤੋਂ ਬਣਿਆ ਹੁੰਦਾ? ਐਕਟਿਨ ਪ੍ਰੋਟੀਨ ਤੋਂ। ਐਕਟਿਨ ਪ੍ਰੋਟੀਨ ਦਾ ਪੋਲੀਮਰ ਹੈ ਇਹ। ਉਸ ਤੋਂ ਬਾਅਦ ਇਹ ਹੈਲਪ ਕਿਵੇਂ ਕਰਦੇ? ਕੰਟਰੈਕਸ਼ਨ 'ਚ ਮਸਲ 'ਚ ਪ੍ਰੈਜ਼ੈਂਟ ਹੁੰਦਾ। ਮਸਲ 'ਚ ਪ੍ਰੈਜ਼ੈਂਟ मतलब present in muscle। help in contraction। ਉਸ ਤੋਂ ਬਾਅਦ ਤੀਜਾ ਆਉਂਦਾ ਇੰਟਰਮੀਡੀਏਟ ਫਿਲਾਮੈਂਟਸ। ਇਹਦਾ ਕੀ ਕੰਮ ਹੈ? ਇਹਦਾ ਡਾਇਆਮੀਟਰ 10 ਨਾਨੋਮੀਟਰ ਹੈ ਤੇ ਨਿਊਕਲੀਅਰ ਲੈਮੇਲਾ 'ਚ ਪ੍ਰੈਜ਼ੈਂਟ ਹੁੰਦਾ। ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਸੀਲੀਆ ਤੇ ਫਲੈਚਲਾ ਦੀ ਡਾਇਗਰਾਮਸ ਤੇ। ਇਹ ਵੀ ਕਾਫੀ ਇੰਪੋਰਟੈਂਟ ਹੈ ਤੇ ਜਿਹੜਾ ਆਪਾਂ ਦੇਖ ਸਕਦੇ ਹਾਂ ਸੈਂਟਰ 'ਚ ਆਇਆ ਬ੍ਰਿਜ ਪ੍ਰੈਜ਼ੈਂਟ ਹੈ ਜਿਹੜਾ ਕਨੈਕਟ ਕਰਦੇ ਆ ਸੈਂਟਰਲ ਦੋ ਡਿਊਪਲੇਟਸ ਨੂੰ। ਬ੍ਰਿਜ ਤੇ ਜਿਹੜੇ ਇੰਟਰਡਬਲੇਟ ਬ੍ਰਿਜ ਹੁੰਦੇ ਨੇ ਇਹਨਾਂ ਨੂੰ ਏਬੀ ਲਿੰਕਰਸ ਵੀ ਬੋਲਦੇ ਨੇ। ਇਹ ਕਿਸ ਤੋਂ ਬਣੇ ਹੁੰਦੇ ਨੇ? ਨੈਕਸਿਨ ਪ੍ਰੋਟੀਨ ਨਾਲ ਬਣੇ ਹੁੰਦੇ ਨੇ। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ। ਹੁਣ ਜਿਹੜਾ ਸੀਲੀਆ ਹੁੰਦਾ ਸੀਲੀਆ ਇਜ਼ ਪ੍ਰੈਜ਼ੈਂਟ ਓਨਲੀ ਇਨ ਯੂਕੈਰੀਓਟ। ਯੂਕੈਰੀਓਟ ਦੇ ਫਲੈਜਲਾ ਹੁੰਦੇ ਬੋਥ ਯੂਕੈਰੀਓਟ ਐਂਡ ਪ੍ਰੋਕੈਰੀਓਟ। ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਸੈਂਟਰੋਸੋਮ ਤੇ ਸੈਂਟਰੋਇਡਸ। ਇਹ ਮੈਮਬਰੇਨਲੈਸ ਹੁੰਦੇ ਨੇ, ਸੈਲਫ ਡੁਪਲੀਕੇਟਿੰਗ ਹੁੰਦੀਆਂ ਨੇ। ਉਸ ਤੋਂ ਬਾਅਦ ਇਹਨਾਂ ਦਾ ਸਟਰਕਚਰ ਆਪਾਂ ਕੀ ਬੋਲਾਂਗੇ? ਇਹਨਾਂ ਦੀ ਅਰੇਂਜਮੈਂਟ ਹੁੰਦੀ ਹੈ 9+0 ਤੇ 9 ਦੇ ਸਾਈਡ ਤੇ ਜਿਵੇਂ ਕਿ ਉਹਨੇ ਦਿਖਾਇਆ ਮੈਂ ਥੋੜਾ ਜਿਹਾ ਸਟਰਕਚਰ। ਸਾਈਡ ਤੇ ਮੈਂ 9 ਹੁੰਦੇ ਨੇ ਤੇ ਮੈਂ 9 ਸਾਈਡ ਤੇ ਰਹਿਣਗੇ 9 ਟ੍ਰਿਪਲੇਟਸ ਤੇ ਕਿੰਨੇ ਕਿਹਦੀ ਫਾਰਮ ਚ ਹੋਣਗੇ? ਟ੍ਰਿਪਲੇਟਸ। ਸੈਂਟਰ 'ਚ 0 ਹੁੰਦਾ। ਉਸ ਤੋਂ ਬਾਅਦ ਆਉਂਦਾ ਆਪਾਂ ਨਿਊਕਲੀਅਸ ਦੇ ਉੱਤੇ। ਜੇ ਆਪਾਂ ਨੇ ਸੈਂਟਰੋਸੋਮ ਦਾ ਸਟਰਕਚਰ ਦੇਖਣਾ ਤਾਂ ਮੈਂ ਡਰਾ ਕਰ ਦਿੰਦੀ ਇੱਕ ਵਾਰ ਰਫ 'ਚ। ਕਦੇ ਕੁਐਸਚਨ ਆ ਸਕਦੇ ਪਰ ਐਸੇ 'ਚ ਇੰਨਾ ਇੰਪੋਰਟੈਂਟ ਨਹੀਂ ਹੈ। ਐਵੇਂ ਰਹਿੰਦੇ 9 ਟ੍ਰਿਪਲੇਟਸ। 2 3 4 5 6 7 8। ਇਹਨੂੰ ਆਪਾਂ ਥੋੜਾ ਟਾਈਟ ਕਰ ਦਿੰਦੇ ਹਾਂ। 9 ਐਵੇਂ 9 ਪ੍ਰੈਜ਼ੈਂਟ ਹੋਣਗੇ ਤੇ ਸੈਂਟਰ 'ਚ ਪ੍ਰੋਟੀਨ ਹੋਏਗਾ। ਉਹਨਾਂ ਨਾਲ ਅਟੈਚ ਰਹਿੰਦੇ ਨੇ ਸਾਰੇ ਸਾਈਕਲ ਸਪੋਕਸ ਦੀ ਤਰ੍ਹਾਂ। ਤੇ ਆਪਸ 'ਚ ਵੀ ਅਟੈਚ ਹੁੰਦੇ ਨੇ ਸਾਰੇ। ਉਸ ਤੋਂ ਬਾਅਦ ਉਰੇ ਵੀ ਐਵੇਂ ਕੁਝ ਪ੍ਰੋਟੀਨਸ ਪ੍ਰੈਜ਼ੈਂਟ ਹੁੰਦੇ ਨੇ ਜਿਹੜੇ ਇਹਨਾਂ ਨੂੰ ਆਪਸ 'ਚ ਕਨੈਕਟਡ ਰੱਖਦੇ ਨੇ ਤੇ ਸਾਰੇ ਆਪਸ 'ਚ ਲਿੰਕ ਹੁੰਦੇ ਨੇ। ਇਹ ਅੰਦਰ ਵੀ ਐਵੇਂ ਬਾਹਰ ਵੀ ਇੰਟਰ ਬ੍ਰਿਜਸ ਪ੍ਰੈਜ਼ੈਂਟ ਹੁੰਦੇ ਨੇ। ਇਹ ਹੈ ਸਟਰਕਚਰ ਆਫ ਸੈਂਟਰੋਇਡ ਤੇ ਆਸ-ਪਾਸ ਥੋੜੇ ਸੈਟੇਲਾਈਟਸ ਪ੍ਰੈਜ਼ੈਂਟ ਹੁੰਦੀਆਂ ਨੇ ਉਹਦੇ। ਡਾਟ ਸਟਰਕਚਰ ਦਿਖਾ ਸਕਦੇ ਹਾਂ ਕੁਝ ਛੋਟਾ ਜਿਹਾ। ਹੁਣ ਇਹਦੇ ਕਰ ਆਪਾਂ ਲੇਬਲਿੰਗ ਕਰਾਂਗੇ ਤੇ ਲੇਬਲਿੰਗ 'ਚ ਕੀ ਕੀ ਮਿਲੇਗਾ ਆਪਾਂ ਨੂੰ? ਸਭ ਤੋਂ ਪਹਿਲਾਂ ਕਿ ਇੱਕ ਤਾਂ ਸੈਂਟਰਲ ਹਬ ਹੋਏਗਾ ਇਹ। ਦਿਸ ਇਜ਼ ਥੋੜਾ ਉੱਪਰ ਲੇਬਲ ਕਰਦੇ ਆਪਾਂ ਇਹਨੂੰ। ਦਿਸ ਇਜ਼ ਸੈਂਟਰਲ ਹਬ। ਉਸ ਤੋਂ ਬਾਅਦ ਇਹ ਰੇਡੀਅਲ ਸਪੋਕਸ ਹੈ। ਫਿਰ ਇਹ ਏਸੀ ਲਿੰਕਰਸ ਹੈ।
ਉਸ ਤੋਂ ਬਾਅਦ ਇਹਨੂੰ ਇੰਟਰ ਟ੍ਰਿਪਲੇਟ ਬ੍ਰਿਜ ਵੀ ਬੋਲਿਆ ਜਾਏਗਾ। ਫਿਰ ਉਸ ਤੋਂ ਬਾਅਦ ਆਪਣੇ ਕੋਲ ਆਏਗਾ ਇਹ ਜਿਹੜਾ ਦੋ ਰੇਡੀਅਲ ਸਪੋਕਸ ਦੇ ਵਿੱਚ ਪ੍ਰੈਜ਼ੈਂਟ ਹੈ, ਦੈਟ ਇਜ਼ ਵਾਈ ਥਿਕਨਿੰਗ। ਤੇ ਜਿਹੜਾ ਇਹ ਸਪੋਕ ਦੇ ਉੱਤੇ ਪ੍ਰੈਜ਼ੈਂਟ ਹੈ, ਦੈਟ ਇਜ਼ ਐਕਸ ਥਿਕਨਿੰਗ। ਤੇ ਜਿਹੜਾ ਸਾਈਡ ਤੇ ਪ੍ਰੈਜ਼ੈਂਟ ਹੈ ਇਹਨੂੰ ਕੀ ਬੋਲਦੇ ਨੇ, ਮਸਲ ਜਾਂ ਸੈਟੇਲਾਈਟ। ਦਿਸ ਰੈਗੂਲੇਟਸ ਡੁਪਲੀਕੇਸ਼ਨ ਔਰ ਸੈਂਟਰੋਸੋਮ। ਹੁਣ ਆਪਾਂ ਅੱਗੇ ਚੱਲਦੇ ਹਾਂ ਨਿਊਕਲੀਅਸ ਤੇ। ਜਿਹੜਾ ਨਿਊਕਲੀਅਸ ਹੈ ਉਹਦੇ ਅੰਦਰ ਜਿੰਨੇ ਵੀ ਈਅਰਸ ਜਾਂ ਡਾਇਮੈਂਸ਼ਨਸ ਹੈ ਜਾਂ ਕੁਝ ਡੇਟਾ ਦਿੱਤਾ ਉਹਨੂੰ ਯਾਦ ਕਰਨਾ ਇੰਪੋਰਟੈਂਟ ਹੈ। ਤੇ ਇੱਕ ਨਿਊਕਲੀਅਸੋਮ ਮਾਡਲ ਸੀਗਾ ਜਿਹਦੇ ਅੰਦਰ ਕ੍ਰੋਮੈਟਿਨ ਦੇ ਸਟਰਕਚਰ ਨੂੰ ਬੀਡ ਔਨ ਸਟ੍ਰਿੰਗ ਬੋਲਿਆ ਗਿਆ ਸੀ। ਕਿਹੜੇ ਮਾਡਲ ਦੇ ਅੰਦਰ, ਨਿਊਕਲੀਅਸੋਮ ਮਾਡਲ। ਤੇ ਰਾਈਟਿੰਗ ਇਹ ਸਮਝ ਆਈ था, nucleosome model they call chromatin as bead on string on bead नहीं, bead on string। ਹੁਣ ਜੇ ਨਿਊਕਲੀਓਸੋਮ ਦੀ ਕੰਪੋਜੀਸ਼ਨ ਦੇ ਬਾਰੇ ਗੱਲ ਕਰੀਏ ਤਾਂ ਉਹਦੇ ਅੰਦਰ ਹਿਸਟੋਨ ਪ੍ਰੋਟੀਨਸ ਹੁੰਦੇ ਨੇ ਤੇ ਉਹ ਕਿਹਦੇ ਨਾਲ ਬਣਿਆ ਹੁੰਦਾ, ਹਿਸਟੋਨ ਆਕਟਾਮਰ, ਜਿਹਨੂੰ ਹਿਸਟੋਨ ਕੋਰ ਵੀ ਬੋਲਦੇ, ਬਾਈਂਡਿੰਗ ਡੀਐਨਏ, H1 ਹਿਸਟੋਨ ਤੇ ਲਿੰਕਰ ਡੀਐਨਏ। ਕੀ ਦੱਸਿਆ ਗਿਆ, ਹਿਸਟੋਨ ਆਕਟਾਮਰ, ਨਿਊਕਲੀਓਸੋਮ ਕੋਰ, ਹਿਸਟੋਨ ਆਕਟਾਮਰ ਜਾਂ ਉਹਨੂੰ ਹਿਸਟੋਨ ਕੋਰ ਵੀ ਬੋਲ ਸਕਦੇ ਹਾਂ। ਫਿਰ ਉਸ ਤੋਂ ਬਾਅਦ ਆਪਣੇ ਕੋਲ ਬਾਈਂਡਿੰਗ ਡੀਐਨਏ ਆਉਂਦਾ, ਫਿਰ ਆਪਣੇ ਕੋਲ ਇੱਕ H1 ਹਿਸਟੋਨ ਆਉਂਦਾ, ਫਿਰ ਲਿੰਕਰ ਡੀਐਨਏ। ਠੀਕ ਹੈ, ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਆਪਣੇ ਕ੍ਰੋਮੋਸੋਮਸ ਤੇ। ਜਿਹੜੇ ਕ੍ਰੋਮੋਸੋਮਸ ਹੁੰਦੇ ਨੇ ਉਹਦੇ ਆਪਾਂ ਨੂੰ ਵੇਰੀਅਸ ਸਟੇਜਸ ਤੇ ਉਸ ਸਟੇਜ ਕੀ ਸ਼ੇਪ ਹੁੰਦੀ ਹੈ ਤੇ ਕਿਹੜੇ ਸਟੇਜ ਤੇ ਆਪਾਂ ਉਹਨੂੰ ਬੈਸਟ ਦੇਖ ਸਕਦੇ ਹਾਂ, ਇਹ ਸਭ ਪਤਾ ਹੋਣਾ ਚਾਹੀਦਾ। ਤੇ ਜਿਹੜੇ ਵੀ ਉਹਦੇ ਆਪਾਂ ਲੇਬਲ ਕਰ ਦਿੰਦੇ ਹਾਂ ਕਿ ਕਿਹੜਾ ਕਿਹੜਾ ਕ੍ਰੋਮੋਸੋਮ ਹੈ। ਸਭ ਤੋਂ ਪਹਿਲਾਂ ਇਹ ਤਾਂ ਮੈਟਾਸੈਂਟਰਿਕ ਹੈ, ਮੈਟਾਸੈਂਟਰਿਕ, ਫਿਰ ਸਬ ਮੈਟਾਸੈਂਟਰਿਕ, ਫਿਰ ਐਕਰੋਸੈਂਟਰਿਕ, ਫਿਰ ਟੀਲੋਸੈਂਟਰਿਕ। ਤੇ ਹੁਣ ਜਿਹੜੀ ਸ਼ਾਰਟ ਆਰਮ ਹੈ ਉਹਨੂੰ ਆਪਾਂ ਪੀ ਬੋਲਦੇ ਹਾਂ ਤੇ ਜਿਹੜੇ ਲੌਂਗ ਆਰਮ ਹੈ ਉਹਨੂੰ ਕਿਊ ਬੋਲਿਆ ਜਾਂਦਾ। ਹੁਣ ਐਨਾਫੇਜ਼ ਦੇ ਅੰਦਰ ਇਹਨਾਂ ਦੀ ਸ਼ੇਪ ਆ ਜਾਂਦੀ ਹੈ ਕ੍ਰੋਮੋਸੋਮਸ ਦੀ ਪੂਰੀ ਕੰਡੈਂਸੇਸ਼ਨ ਹੋਣ ਤੋਂ ਬਾਅਦ। ਤੇ ਉਹ ਸ਼ੇਪ ਕਿਵੇਂ ਹੁੰਦੀ ਹੈ, ਮੈਟਾਸੈਂਟਰਿਕ ਇਜ਼ V shaped, ਸਬ ਮੈਟਾਸੈਂਟਰਿਕ ਇਜ਼ L shaped, L shaped, eccentric is J shaped, and telocentric is I shaped। ਉਸ ਤੋਂ ਬਾਅਦ ਆਰਮ ਰੇਸ਼ੋ, ਆਰਮ ਰੇਸ਼ੋ ਕੀ ਹੁੰਦੀ ਹੈ, arm ratio is equals to Q by P, that is long arm by short arm। ਤੇ ਮੈਟਾਸੈਂਟਰਿਕ ਦੀ ਆਰਮ ਰੇਸ਼ੋ 1 ਹੋਏਗੀ ਤੇ ਟੀਲੋਸੈਂਟਰਿਕ ਦੀ ਮੈਕਸਿਮਮ ਹੋਏਗੀ। ਐਸੇ ਜੋ ਆਪਾਂ ਡਿਫਾਈਨ ਨਹੀਂ ਕਰ ਸਕਦੇ ਟੀਲੋਸੈਂਟਰਿਕ ਦੀ, ਬਟ ਮੈਕਸਿਮਮ ਬੋਲ ਦਿੰਦੇ ਆ ਕਿਉਂਕਿ ਇਹਦੀ ਸ਼ਾਰਟ ਆਰਮ ਆਲਮੋਸਟ ਐਬਸੈਂਟ ਹੁੰਦੀ ਹੈ ਟੀਲੋਸੈਂਟਰਿਕ ਚ। ਹੁਣ ਜਿਹੜੇ ਸੈਕੰਡਰੀ ਕੰਸਟਰਕਸ਼ਨ ਦੇ ਬਾਰੇ ਥੋੜਾ ਜਿਹਾ ਪੜ੍ਹਦੇ ਆ। ਇਹਨੂੰ ਨਿਊਕਲੀਓਲਰ ਆਰਗੇਨਾਈਜ਼ਰ ਰੀਜਨ ਬੋਲਦੇ ਨੇ, which is a part of chromatin which provide attachment to nucleolus। It is present in a few chromosomes। secondary construction ਨੂੰ ਕੀ ਬੋਲਦੇ ਆ, nucleolar organizer region is attachment to nucleosome। ਤੇ ਕਿਹੜੇ ਕ੍ਰੋਮੋਸੋਮਸ ਤੇ ਪ੍ਰੈਜ਼ੈਂਟ ਹੁੰਦਾ, ਕ੍ਰੋਮੋਸੋਮ ਹਿਊਮਨਸ ਦੇ ਅੰਦਰ ਹੀ ਹੁੰਦਾ। ਤੇ ਕਿਹੜੇ ਕ੍ਰੋਮੋਸੋਮਸ ਤੇ ਹੋਏਗਾ, ਕ੍ਰੋਮੋਸੋਮ 13, 14, 15, 21, 22। ਹੁਣ ਇਹ ਜਿੰਨੇ ਵੀ ਸਾਰੇ ਆਲਮੋਸਟ ਐਕਸਟਰਾ ਹੋ ਚੁੱਕੇ ਹਨ ਪੁਆਇੰਟਸ, ਬਸ ਇੱਕ ਟੀਲੋਮੇਰੇਜ਼ ਦੇ ਬਾਰੇ ਬਾਕੀ ਹੈ। ਜਿਹੜੇ ਟੀਲੋਮੇਅਰਸ ਹੁੰਦੇ ਨੇ ਉਹ ਹੁੰਦੀਆਂ ਨੇ ਐਂਡਿੰਗਸ ਆਫ ਦੀ ਕ੍ਰੋਮੋਸੋਮਸ, ਉਹਨੂੰ ਟੀਲੋਮੇਅਰਸ ਬੋਲਦੇ ਨੇ। ਤੇ ਟੀਲੋਮੇਅਰਸ ਦੇ ਅੰਦਰ ਗੁਆਨਿਨ ਰਿਚ ਰਿਪੀਟਸ ਹੁੰਦੇ ਨੇ ਤੇ ਇੱਕ ਸਿੰਗਲ ਸਟ੍ਰੈਂਡਡ ਡੀਐਨਏ ਹੁੰਦਾ। ਕੀ ਹੁੰਦਾ ਟੀਲੋਮੇਅਰਸ ਆਰ
ends of chromosomes which are rich in guanine rich repeats ਤੇ ਇਹ ਸਿੰਗਲ ਸਟ੍ਰੈਂਡਡ ਡੀਐਨਏ ਹੈ, ਇਹ ਇੰਪੋਰਟੈਂਟ ਹੈ। ਉਸ ਤੋਂ ਬਾਅਦ ਕੈਰੀਓਟਾਈਪਿੰਗ ਹੁੰਦਾ ਹੈ। ਕੈਰੀਓਟਾਈਪਿੰਗ ਦਾ ਮਤਲਬ ਹੁੰਦਾ ਹੈ ਕਿ ਐਕਸਟਰਨਲ ਮੋਰਫੋਲੋਜੀ ਆਫ ਕ੍ਰੋਮੋਸੋਮ ਨੂੰ ਦੇਖਣ ਲਈ, ਤੇ ਇੱਕ ਈਡੀਓਗ੍ਰਾਮ ਹੁੰਦਾ ਵਿੱਚ ਡਾਇਗ੍ਰਾਮੈਟਿਕ ਰਿਪਰੈਜ਼ੈਂਟੇਸ਼ਨ ਆਫ ਕੈਰੀਓਗ੍ਰਾਮ। ਕੈਰੀਓਟਾਈਪ ਆਪਾਂ ਇੱਕ ਡੈਫੀਨੇਸ਼ਨ ਦੇਖ ਲੈਂਦੇ ਹਾਂ। ਕੈਰੀਓਟਾਈਪ ਇਹ ਕੀ ਹੁੰਦਾ ਹੈ? ਐਕਸਟਰਨਲ morphology of chromosomes best studied in metaphase। shape ਲਈ best ਕਿਹੜਾ phase ਹੈ? anaphase, but karyotyping ਲਈ metaphase। ਓਕੇ, ਹੁਣ ਆਪਾਂ ਅੱਗੇ ਚੱਲਦੇ ਹਾਂ ਚੈਪਟਰ ਦੇ ਅੰਦਰ। ਅੱਗੇ ਤਾਂ ਆਪਾਂ ਆਲਮੋਸਟ ਐਂਡ ਤੇ ਹੀ ਆ ਗਏ ਹਾਂ। ਐਂਡ ਤੇ ਆਪਾਂ ਨੂੰ ਕੁਝ ਸਮਰੀ ਦੇ ਅੰਦਰ ਕੁਝ ਐਸੇ ਅਗਰ ਇੰਪੋਰਟੈਂਟ ਪੁਆਇੰਟਸ ਹੈ ਤਾਂ ਉਹ ਦੇਖ ਸਕਦੇ ਆ। ਸਮਰੀ ਦੇ ਅੰਦਰ ਹਮੇਸ਼ਾ ਪੜ੍ਹਨੀ ਤਾਂ ਚਾਹੀਦੀ ਹੈ ਤੇ ਹਮੇਸ਼ਾ ਇਹਦੇ ਇੰਪੋਰਟੈਂਟ ਪੁਆਇੰਟਸ ਹਾਈਲਾਈਟ ਕਰਨੇ ਚਾਹੀਦੇ ਨੇ। ਜਿਵੇਂ ਕਿ ਉਰੇ ਆ ਸਕਦੇ ਕਿ ਈਆਰ ਹੈਲਪਸ ਇਨ ਟਰਾਂਸਪੋਰਟ ਆਫ ਸਬਸਟੈਂਸ ਸਿੰਥੇਸਿਸ ਆਫ ਪ੍ਰੋਟੀਨ ਲਿਪਿਡਸ ਐਂਡ ਗਲਾਈਕੋਜਨ। ਤੇ ਹੁਣ ਟੈਕਸਟ ਦੇ ਅੰਦਰ ਟਰਾਂਸਪੋਰਟ ਆਫ ਸਬਸਟੈਂਸ ਨਹੀਂ ਲਿਖਿਆ, ਬਟ ਉਰੇ ਲਿਖਿਆ, ਤੇ ਉਰੇ ਪ੍ਰੋਟੀਨ, ਲਿਪੋਪ੍ਰੋਟੀਨਸ ਐਂਡ ਗਲਾਈਕੋਜਨ ਤਿੰਨੋਂ ਚੀਜ਼ਾਂ ਮੈਂਸ਼ਨ ਕੀਤੀਆਂ ਨੇ। ਉਸ ਤੋਂ ਬਾਅਦ ਆਉਂਦਾ ਕਿ ਸੈਲ ਇਜ਼ ਦੀ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਲਾਈਫ। ਠੀਕ ਹੈ, ਇਸ ਤੋਂ ਇਲਾਵਾ ਕੁਝ ਆਪਾਂ ਐਕਸਟਰਾ ਆਰਗੇਨਿਜ਼ਮ ਜਿਨ੍ਹਾਂ ਦੇ ਬਾਰੇ ਆਪਾਂ ਪੜ੍ਹਿਆ ਸੀ, ਸਿੰਗਲ ਮੈਂਬਰੇਨ ਹੈ ਜਾਂ ਡਬਲ ਮੈਂਬਰੇਨ ਹੈ, ਉਹ ਥੋੜਾ ਦੇਖ ਲੈਂਦੇ ਹਾਂ ਇਨ ਬਰੀਫ, ਵੈਰੀ ਬਰੀਫ। ਸਭ ਤੋਂ ਪਹਿਲਾਂ ਆਉਂਦੇ ਪੈਰੋਕਸਿਜ਼ੋਮਸ। ਪੈਰੋਕਸਿਜ਼ੋਮ ਦਾ ਕੰਮ ਕੀ ਹੈ? ਇਹਦਾ ਕੰਮ ਹੁੰਦਾ ਕਿ ਇਹ ਕੈਟੇਲਿਸਟ ਤੇ ਆਕਸੀਡੇਜ਼ ਐਂਜ਼ਾਈਮਸ ਹੁੰਦੇ ਨੇ ਇਹਦੇ ਅੰਦਰ, ਆਕਸੀਡੇਜ਼ ਐਂਜ਼ਾਈਮਸ ਵਿਚ ਹੈਲਪ ਇਨ, ਹੁਣ ਇਹਦੇ ਅੰਦਰ ਕੀ ਕੰਮ ਹੁੰਦੇ ਨੇ। ਇਹ ਪਲਾਂਟਸ ਤੇ ਐਨੀਮਲਸ ਦੋਨਾਂ ਦੇ ਅੰਦਰ ਪ੍ਰੈਜ਼ੈਂਟ ਹੁੰਦਾ। ਗੋਲਜੀ ਆਪਰੇਟਸ ਜਾਂ ਫਿਰ ਰਫ ਐਂਡੋਪਲਾਜ਼ਮਿਕ ਰੈਟੀਕੂਲਮ ਤੋਂ ਬਣਦਾ। ਤਾਂ ਫਿਰ ਜਿਹੜਾ ਪਹਿਲਾ ਕੰਮ ਹੁੰਦਾ ਇਹਦਾ ਉਹ ਹੁੰਦਾ ਕੈਟਲਿਸਟ ਕੰਮ ਕਰਦੇ ਇਨ ਡਿਸਟਰਕਸ਼ਨ ਆਫ H2O2। H2O2 ਨੂੰ ਇਹ ਚੇਂਜ ਕਰ ਦੇਗਾ H2O plus O2। ਉਸ ਤੋਂ ਬਾਅਦ ਆਉਂਦਾ ਦੂਜਾ ਕੰਮ ਬੀਟਾ ਆਕਸੀਡੇਸ਼ਨ। ਬੀਟਾ ਆਕਸੀਡੇਸ਼ਨ ਲਿਪਿਡਸ ਦੀ ਹੁੰਦੀ ਹੈ। ਤੇ ਤੀਜਾ ਕੰਮ ਇਹਦਾ ਆਉਂਦਾ ਫੋਟੋ ਰੈਸਪੀਰੇਸ਼ਨ ਜਾਂ ਫਿਰ ਗਲਾਈਕੋਲੇਟ ਸਾਈਕਲ ਦੇ ਅੰਦਰ ਇਨਵੋਲਵ ਹੁੰਦਾ। ਫੋਟੋ ਰੈਸਪੀਰੇਸ਼ਨ ਜਾਂ ਫਿਰ ਗਲਾਈਕੋਲੇਟ ਸਾਈਕਲ। ਫਿਰ ਦੂਜਾ ਆਪਣੇ ਕੋਲ ਆਉਂਦਾ ਸਫੈਰੋਸੋਮਸ। ਸਫੈਰੋਸੋਮ ਦਾ ਕੰਮ ਕੀ ਹੈ? ਇਹ ਗੋਲਜੀ ਆਪਰੇਟਸ ਤੋਂ ਆਉਂਦਾ, ਪ੍ਰੈਜ਼ੈਂਟ ਓਨਲੀ ਇਨ ਪਲਾਂਟ। ਇਹ ਪੈਰੋਕਸਿਜ਼ੋਮ ਬੋਥ ਪਲਾਂਟ ਐਂਡ ਐਨੀਮਲ ਹੁੰਦਾ। ਇਹ ਓਨਲੀ ਪਲਾਂਟਸ। ਤੇ ਇਹਦਾ ਕੰਮ ਕੀ ਹੁੰਦਾ? ਸਟੋਰੇਜ ਆਫ ਲਿਪਿਡਸ ਐਂਡ ਸਟੀਰੋਲਸ, synthesis and storage of lipids and sterols। ਇਹਦੇ ਅੰਦਰ ਕੁਝ ਡਾਈਜੈਸਟਿਵ ਐਂਜ਼ਾਈਮਸ ਹੁੰਦੇ ਐਕਸੈਪਟ ਲਾਈਪੇਜ਼, ਕਿਉਂਕਿ ਲਿਪਿਡਸ ਨੂੰ ਸਟੋਰ ਕਰਦਾ। ਤਾਂ ਡਾਈਜੈਸਟਿਵ ਐਂਜ਼ਾਈਮਸ except lipase। ਇਸ ਤੋਂ ਬਾਅਦ ਤੀਜਾ ਆਉਂਦਾ ਗਲਾਈਓਕਸਿਜ਼ੋਮਸ। ਗਲਾਈਓਕਸਿਜ਼ੋਮਸ ਵੀ ਸਿਰਫ ਪਲਾਂਟ ਦੇ ਅੰਦਰ ਮਿਲੇ ਜਾਂਦੇ ਨੇ, ਤੇ ਇਹ ਸੀਡ ਜਰਮੀਨੇਸ਼ਨ ਦੇ ਟਾਈਮ ਗਲੂਕੋਜ਼ ਤੋਂ ਮਤਲਬ ਗਲੂਕੋਜ਼ ਯੂਜ਼ ਕਰਦੇ ਨੇ। ਦੇ ਕਨਵਰਟ ਫੈਟ, ਸੀਡ ਫੈਟ ਟੂ ਮੇਕ ਗਲੂਕੋਜ਼। ਤਾਂ ਕੀ ਹੋਇਆ ਕਿ ਗਲਾਈਓਕਸਿਜ਼ੋਮਸ ਸਿਰਫ ਪਲਾਂਟ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਨੇ, ਪਲਾਂਟ ਓਨਲੀ। ਫਿਰ ਦੂਜਾ ਇਹ ਮਿਲੇਗਾ ਕਿ ਇਹ ਕੀ ਕੰਮ ਕਰਦੇ? ਸੀਡ ਫੈਟ ਨੂੰ ਗਲੂਕੋਜ਼ ਦੇ ਅੰਦਰ ਕਨਵਰਟ ਕਰਦਾ via the process of gluconeogenesis, which is gluconeogenesis। ਇਹ ਕਦੋਂ ਹੁੰਦਾ? ਡਿਊਰਿੰਗ ਸੀਡ ਜਰਮੀਨੇਸ਼ਨ।
With this, we are done with the chapter. Now, let's discuss the exercises. ਤਾਂ ਸਭ ਤੋਂ ਪਹਿਲਾਂ ਪੁੱਛਿਆ ਗਿਆ which is of the following is not correct. Robert Brown discovered cell. ਇਹ ਗਲਤ ਸੀਗਾ, ਉਹਨਾਂ ਨੇ ਨਿਊਕਲੀਅਸ ਲੱਭਿਆ ਸੀਗਾ. Sheldon and Sivan gave cell theory correct. Virchow explained the pre-exist cells are formed from the pre-existing cells correct. Unicellular organisms carry out all its activities in single cell. This is also correct. The incorrect era by Robert Brown. So this question is done. Next, new cells generate from pre-existing cells. Unicellular, acellular. Match the following. ਜਿਹੜੇ ਕ੍ਰਿਸਟੀ ਹੁੰਦੇ ਨੇ ਉਹ ਕੀ ਹੁੰਦੀਆਂ ਨੇ? Infoldings in the membrane of mitochondria. Cisternae are disc-shaped sacs in the Golgi apparatus. Thylakoids are flat membranes in the stroma of plastids, मतलब chloroplast. Chloroplast अंदर ਹੁੰਦੀਆਂ ਨੇ. Now, which of the following is correct? ਹੁਣ ਆਪਾਂ ਨੇ true ਜਾਂ false ਦੱਸਣਾ ਇਹਨਾਂ ਸਭ ਦੇ ਅੰਦਰ. All the living cells have a nucleus. True. Both animals and plants have defined cell wall. False. Animals ਦੇ ਅੰਦਰ ਨਹੀਂ ਹੁੰਦੀ ਹੈ. ਫਿਰ eukaryotes, in prokaryotes there are no membrane bound organelles. True. फिर उसके बाद हो गया कि cells are formed de novo from abiotic materials. False. abiotic material तो नहीं बनता, pre-existing cells तो बनते हैं. मतलब कि cells of all living organisms have nucleus. ਤਾਂ ਇਹ ਹੈ ਕਿ true. ਹੁਣ ਇਹ confuse ਨਹੀਂ ਹੋਣਾ ਕਿ ਦੋ option ਦੇ ਦਿੰਦੇ true ਹੈ. ਇਹ ਬਸ ਆਪਾਂ which of the following is correct ਦੇ according ਦੱਸ ਰਹੇ ਹਾਂ. ਅਗਲੇ question ਤੇ ਚੱਲਦੇ ਹੋਏ mesosomes. What is mesosome in prokaryotic cells? Mention its functions. ਇਹ ਆਪਾਂ ਨੂੰ page 128 ਤੇ 129 ਤੇ ਮਿਲ ਜਾਏਗਾ, ਜਿੱਥੇ ਆਪਾਂ ਨੇ ਪੜਿਆ ਸੀਗਾ ਕਿ ਮੇਸੋਸੋਮ ਇੱਕ ਮੈਂਬਰੇਨ ਇਨਫੋਲਡਿੰਗ ਹੈ ਪ੍ਰੋਕੈਰੀਓਟਿਕ ਸੈਲਸ ਦੇ ਅੰਦਰ, ਜਿਹੜੇ ਡੀਐਨਏ ਰੈਪਲੀਕੇਸ਼ਨ ਤੇ ਡੁਪਲੀਕੇਸ਼ਨ ਚ ਹੈਲਪ ਕਰਦੀ ਹੈ, ਡਿਵੀਜ਼ਨ ਇਨ ਡਾਟਰ ਸੈਲਸ ਹੈਲਪ ਕਰਦੀ ਹੈ, ਐਜ਼ ਵੈਲ ਇਟ ਹੈਜ਼ ਐਂਜ਼ਾਈਮਸ ਵਿਚ ਹੈਲਪ ਇਨ ਰੈਸਪੀਰੇਸ਼ਨ. ਉਸ ਤੋਂ ਬਾਅਦ ਅਗਲਾ ਕੁਐਸਚਨ, ਹਾਊ ਡੂ ਨਿਊਟਰਲ ਸਬਸਟੈਂਸਸ ਨਿਊਟਰਲ solutes move across plasma membrane? They move through passive transport. Can polar molecules also move across the same way? No. उसके बाद if not, how are these materials transported? They are transported through facilitated diffusion or active diffusion. Facilitated diffusion या फिर active transport. ਇਹ ਵੀ ਆਪਾਂ ਨੂੰ ਟੈਕਸਟ ਦੇ ਅੰਦਰ ਆਪਾਂ ਨੇ ਪੜ੍ਹਿਆ ਸੀ ਬਹੁਤ ਅੱਛੀ ਤਰ੍ਹਾਂ. ਤੇ ਇਹ ਕਿਵੇਂ ਮੂਵ ਕਰਦੇ ਨੇ? ਪੈਸਿਵ ਟਰਾਂਸਪੋਰਟ ਦੇ ਅਕੋਰਡਿੰਗ. ਫਿਰ ਅਗਲਾ ਕੁਐਸਚਨ ਆਪਣੇ ਕੋਲ ਆ ਗਿਆ, ਨੇਮ ਟੂ ਸੈਲ ਆਰਗੇਨਿਲਸ ਦੈਟ ਆਰ ਡਬਲ ਮੈਂਬਰੇਨ ਬਾਉਂਡ. ਇਹਦੇ ਨਾਲ ਮਤਲਬ ਪਲਾਸਟਿਡਸ ਤੇ ਮਾਈਟੋਕੌਂਡਰੀਆ ਆ ਜਾਏਗਾ. ਉਸ ਤੋਂ ਬਾਅਦ ਸਟੇਟ ਦੇਅਰ ਫੰਕਸ਼ਨ, ਡਰਾ ਲੇਬਲ ਡਾਇਗਰਾਮ ਆਫ ਦੀ ਬੋਥ. ਇਹਦੇ ਲਈ ਆਪਾਂ ਨੂੰ ਪੇਜ 134 ਤੇ 135 ਦੇ ਉੱਤੇ ਮਿਲ ਜਾਏਗਾ ਮਾਈਟੋਕੌਂਡਰੀਆ ਤੇ ਪਲਾਸਟਿਡ. ਉਸ ਤੋਂ ਬਾਅਦ ਅੱਗੇ ਆ ਗਿਆ ਆਪਣੇ ਕੋਲ what are the characteristics of prokaryotic cells. ਇਹ ਆਪਾਂ ਨੇ ਪੜ੍ਹਿਆ ਸੀ, ਇਹਨਾਂ ਦੇ characteristic ਰਾਈਬੋਸੋਮਸ 70s ਹੁੰਦੇ ਨੇ, ਫਿਰ ਮੇਸੋਸੋਮਸ ਹੁੰਦੇ ਨੇ, ਹੋਰ ਮੈਂਬਰੇਨ ਇਨਫੋਲਡਿੰਗ ਗੈਸ ਵੈਕਿਊਲਸ ਹੁੰਦੇ ਨੇ, ਫਿਰ ਪੋਲੀਸੋਮ ਹੁੰਦਾ, ਤੇ ਸਾਰੇ ਪ੍ਰੋਕੈਰੀਓਟਸ ਦੇ characteristics ਨੇ. ਸੌਰੀ ਪ੍ਰੋਕੈਰੀਓਟਸ. ਇਹ ਆਪਾਂ ਨੂੰ ਮਿਲ ਜਾਏਗਾ ਪੇਜ 127 ਤੇ 128 ਤੇ. Multicellular organisms have division of labor. Yes, they have division of labor. ਆਪਣੇ ਕੋਲ organelles ਹੁੰਦੀਆਂ ਨੇ ਕਾਫੀ ਸਾਰੀਆਂ, ਤੇ ਉਹਦੇ organelles ਹੈ, endomembrane system ਹੈ, ਸਭ ਦਾ division of labor ਹੈ, ਤੇ ਆਪਣੇ ਕੋਲ in detail page 139 ਤੇ ਮਿਲ ਜਾਏਗਾ. Cell is the basic unit of life. Discuss in brief. ਇਹ ਆਪਾਂ ਚੈਪਟਰ ਦੇ ਸਟਾਰਟਿੰਗ ਤੇ ਪੜਿਆ ਸੀ ਕਿ basic unit of life ਹੈ. ਇਵਨ ਦੀ ਸਮਰੀ ਦੀ ਲਾਸਟ ਲਾਈਨ ਇਹੀ ਹੈ ਕਿ structural and functional unit of life ਹੈ. ਤੇ ਆਪਾਂ ਇਨ ਡਿਟੇਲ ਇਹ ਪੇਜ 125 ਮਿਲ ਜਾਏਗਾ. ਉਸ ਤੋਂ ਬਾਅਦ ਆਂਦਾ ਵਾਟ ਆਰ ਨਿਊਕਲੀਅਰ ਪੋਰਸ ਐਂਡ ਸਟੇਟ देयर ਫੰਕਸ਼ਨ. ਆਪਾਂ ਨੇ ਪੜਿਆ ਸੀ ਜਿਹੜੇ ਨਿਊਕਲੀਅਰ ਮੈਂਬਰੇਨ ਹੈ ਉਹ ਡਬਲ ਮੈਂਬਰੇਨਸ ਹੈ, ਡਬਲ ਮੈਂਬਰੇਨ ਹੈ, ਤੇ ਉਹਦੇ ਵਿੱਚ ਮੈਂ ਗੈਪਸ ਹੈ ਜਿਹਦੇ ਤੇ ਆਊਟਰ ਤਿੰਨ ਮੈਂਬਰੇਨ ਮੀਟ ਕਰ ਜਾਂਦੇ ਨੇ, ਤੇ ਗੈਪ ਦੇ ਥਰੂ ਨਿਊਕਲੀਓਪਲਾਜ਼ਮ ਤੇ ਸਾਈਟੋਪਲਾਜ਼ਮ ਕਮਿਊਨੀਕੇਟ ਕਰ ਸਕਦੇ ਨੇ. ਸੋ ਦੈਟ ਇਜ਼ ਦ ਫੰਕਸ਼ਨ ਆਫ ਨਿਊਕਲੀਅਰ ਪੋਰਸ. ਤੇ ਆਪਾਂ ਡਿਟੇਲ ਚ ਆਪਣੇ ਕਿਹੜੇ ਪੇਜ ਤੇ ਮਿਲ ਜਾਏਗਾ? ਪੇਜ 138 ਤੇ. ਉਸ ਤੋਂ ਬਾਅਦ ਆਂਦਾ ਕਿ
Lysosome and vacuoles are endomembrane structures, yet they differ in their terms of functions. Comment. ਇਹ ਆਪਾਂ ਨੇ ਪੜ੍ਹਿਆ ਸੀ ਕਿ 4 organelles ਆਉਂਦੀਆਂ ਨੇ ਐਂਡੋਮੈਮਬ੍ਰੇਨ ਦੇ ਅੰਦਰ, ਐਂਡੋਪਲਾਜ਼ਮਿਕ ਰੈਟੀਕੂਲਮ, ਗੋਲਜਾਈ ਕੰਪਲੈਕਸ ਤੇ ਲਾਈਸੋਸੋਮ ਤੇ ਵੈਕਿਊਲ। ਤੇ ਇਹ ਪਹਿਲੇ ਲੈਕਚਰ 'ਚ ਪੂਰਾ ਅੱਛੀ ਤਰ੍ਹਾਂ ਸਮਝਾਇਆ ਗਿਆ ਕਿ ਇਹਨਾਂ ਦਾ ਫੰਕਸ਼ਨ ਕਿਵੇਂ ਕੋਆਰਡੀਨੇਟਡ ਹੈ, ਕਿਵੇਂ ਰਿਲੇਟਡ ਹੈ। ਤੇ ਇਹਦੇ ਲਈ ਆਪਾਂ ਪੇਜ 134 ਤੇ ਪੜ੍ਹ ਸਕਦੇ ਹਾਂ। ਉਸ ਤੋਂ ਬਾਅਦ हमने डिस्क्राइब दी structure of the following with the help of a label diagram. Nucleus ਦੀ diagram 138 ਤੇ centrosome ਦੀ diagram 139 ਤੇ। ਉਸ ਤੋਂ ਬਾਅਦ ਆਉਂਦਾ ਕਿ what is centromere? How does the position of centromere form the basis of classification of chromosomes? Support your answer with a diagram showing the position of centromere on different types of chromosome. ਪੋਜੀਸ਼ਨ ਆਫ ਸੈਂਟਰੋਮੀਅਰ, ਸੈਂਟਰੋਮੀਅਰ ਕੀ ਹੁੰਦਾ? ਸੈਂਟਰੋਮੀਅਰ ਕੀ ਹੁੰਦਾ? ਜਿੱਥੇ ਦੋ ਆਰਮ ਲਾ ਕੇ ਜੁੜਦੀਆਂ ਨੇ, ਜਿੱਥੇ ਪ੍ਰਾਇਮਰੀ ਕੰਸਟਰਕਸ਼ਨ ਪ੍ਰੈਜ਼ੈਂਟ ਹੁੰਦੀ ਹੈ। ਹੁਣ ਪੋਜੀਸ਼ਨ ਦੇ ਬੇਸਿਸ ਤੇ ਵੀ ਕੈਨ ਕਲਾਸੀਫਾਈ ਇਨਟੂ 4 ਡਿਫਰੈਂਟ ਟਾਈਪਸ, ਮੈਟਾਸੈਂਟਰਿਕ, ਸਬ ਮੈਟਾਸੈਂਟਰਿਕ, ਐਕਸੋਸੈਂਟਰਿਕ ਐਂਡ ਟੀਲੋਸੈਂਟਰਿਕ। ਤੇ ਉਹਦੇ ਤੇ ਡਾਇਗਰਾਮਸ ਆਪਾਂ ਨੇ ਅੱਛੀ ਤਰ੍ਹਾਂ ਪੇਜ 139 ਤੇ ਪੂਰੀ ਡਿਸਕਸ ਕੀਤੀ ਹੈ ਤੇ ਉਹਦਾ ਸ਼ੇਪ ਵੀ ਡਿਸਕਸ ਕੀਤੀ ਹੈ। ਤੇ ਆਈ ਡੋਂਟ ਥਿੰਕ ਦੇ ਅੰਦਰ ਕੋਈ ਵੀ ਤੁਹਾਨੂੰ ਕਨਫਿਊਜ਼ਨ ਆਣੀ ਚਾਹੀਦੀ ਹੈ। ਸੋ ਵਿਦ ਦਿਸ ਵੀ ਆਰ ਕੰਪਲੀਟਡ ਵਿਦ ਦੀ ਚੈਪਟਰ। ਇਹ ਪੂਰਾ ਚੈਪਟਰ 3 ਸੈਸ਼ਨ ਦੇ ਅੰਦਰ ਕੰਪਲੀਟ ਕੀਤਾ ਗਿਆ ਹੈ। ਪੂਰਾ ਡਿਟੇਲਸ ਪਹਿਲੇ ਦੇ ਸੈਸ਼ਨ ਚ ਆਪਾਂ ਸਿਰਫ ਤੇ ਸਿਰਫ ਐਨਸੀਈਆਰਟੀ ਤੇ ਫੋਕਸ ਕੀਤਾ ਤੇ ਲਾਸਟ ਦੇ ਅੰਦਰ ਆਪਾਂ ਥੋੜੇ ਐਕਸਟਰਾ ਪੁਆਇੰਟਸ ਤੇ ਪ੍ਰੀਵੀਅਸ ਈਅਰ ਕੁਐਸਚਨਸ ਦੇ ਉੱਤੇ ਧਿਆਨ ਦਿੱਤਾ, ਜਿਹੜੇ ਐਨਸੀਈਆਰਟੀ ਦੀ ਲਾਈਨਸ ਤੋਂ ਆਈਆਂ ਨੇ ਡਾਇਰੈਕਟ। ਹੋਪ ਤੁਹਾਨੂੰ ਸਭ ਨੂੰ ਇਹ ਚੈਪਟਰ ਅੱਛੀ ਤਰ੍ਹਾਂ ਸਮਝ ਆਇਆ ਹੋਵੇ। ਤੇ ਕੋਈ ਵੀ ਇਸ਼ੂ ਹੋਵੇ ਤੁਸੀਂ ਮੈਨੂੰ ਟੈਲੀਗ੍ਰਾਮ ਤੇ ਮੈਸੇਜ ਕਰ ਸਕਦੇ। ਹੈਵ ਅ ਗੁੱਡ ਡੇ, ਹੈਪੀ ਲਰਨਿੰਗ।